ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਕਦੇ ਕਦੇ ਨਾ ਮੈਨੂੰ ਚੀਜ਼ਾਂ ਸਮਝਣ 'ਚ ਬੜੀ ਦਿੱਕਤ ਆਉਂਦੀ ਹੁੰਦੀ। ਕਦੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਉਮੀਦ 'ਤੇ ਹੀ ਦੁਨੀਆ ਜਿਉਂਦੀ ਆ, ਕਦੇ ਆਪਾਂ ਕਹਿ ਦਿੰਦੇ ਹਾਂ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਹੈਗੀ। ਜਿਵੇਂ ਥੋੜ੍ਹੇ ਦਿਨ ਪਹਿਲਾਂ ਮੇਰੇ ਨਾਲ ਇੱਕ ਐਕਸਪੀਰੀਅੰਸ ਹੋਇਆ ਨਾ, ਮੈਂ ਉੱਥੇ ਉਮੀਦ ਨਹੀਂ ਸੀ ਕੀਤੀ ਵੀ ਮੈਨੂੰ ਇਹ ਕਿਹਾ ਜਾਊਗਾ ਵੀ ਤੇਰੇ ਤੋਂ ਆਹ ਉਮੀਦ ਨਹੀਂ ਸੀ। ਦੁਨੀਆ 'ਚ ਲੱਖਾਂ ਲੋਕ ਨੇ ਹਨਾ, ਜੇ ਉਹ 'ਚੋਂ ਮਤਲਬ 99 ਆਪਾਂ ਨੂੰ ਚੰਗਾ ਕਹਿ ਰਹੇ ਨੇ, ਤਾਂ ਜੇ ਇੱਕ ਬੰਦਾ ਮਾੜਾ ਕਹਿ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਸੋਚਣਾ ਨਹੀਂ ਹੈਗਾ ਨਾ। ਜ਼ਿੰਦਗੀ 'ਚ ਸਭ ਕੁਝ ਟੈਂਪਰੇਰੀ ਆ। ਜੇ ਕੁਝ ਟਰੁੱਥ ਹੈ, ਜੇ ਕੁਝ ਸਭ ਤੋਂ ਜ਼ਿਆਦਾ ਮਤਲਬ ਹੈ ਨਾ ਜਿਹਨੂੰ ਪ੍ਰੈਫਰੈਂਸ ਦੇਣੀ ਚਾਹੀਦੀ, ਉਹ ਤੁਹਾਡਾ ਆਪਣਾ ਆਪ ਹੋਣਾ ਚਾਹੀਦਾ। ਸਾਰੇ ਕਿਤੇ ਇਹ ਚੀਜ਼ਾਂ ਇੰਪਲੀਮੈਂਟ ਨਹੀਂ ਹੋਣੀਆਂ ਚਾਹੀਦੀਆਂ ਵੀ ਬੰਦਾ ਦੂਜਿਆਂ ਤੋਂ ਉਮੀਦਾਂ ਰੱਖਦਾ ਰਹੇ ਤੇ ਆਪਦੇ ਤੋਂ ਕੁਝ ਉਮੀਦ ਨਾ ਕਰੇ, ਹੈ ਨਾ। ਫਿਰ ਬੰਦਾ ਨਾ ਆਪਣੇ ਆਪ ਨੂੰ ਇੱਕ ਦਿਨ ਰਿਅਲਾਈਜ਼ ਕਰਵਾਉਂਦਾ ਹੈ ਵੀ ਤੂੰ ਸਭ ਲਈ ਕੀਤਾ ਪਰ ਤੂੰ ਆਪਣੇ ਲਈ ਕੱਖ ਨਹੀਂ ਕੀਤਾ, ਮੈਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀ। ਮੇਰੇ ਭੈਣ ਭਰਾ ਹੱਸਦੇ ਹੁੰਦੇ ਨੇ ਜਾਂ ਸੁਣ ਵੀ ਕਈ ਵਾਰ ਹੱਸਦੇ ਹੁੰਦੇ ਨੇ ਕਿ ਵੀ ਜੇ ਤੇਰੇ ਵਿਊਅਰਸ ਆਹ ਦੇਖ ਲੈਣ ਜਾਂ ਕਈ ਵਾਰ ਕਹਿਣਗੇ ਵੀ ਤੇਰੇ ਵਿਊਅਰਸ ਤਾਂ ਨਹੀਂ ਤੇ ਤੂੰ ਆਹ ਉਮੀਦ ਰੱਖਦੇ ਹੋਣਗੇ, ਹੈ ਨਾ। ਜੇ ਤੁਹਾਡੇ ਅੰਦਰ ਸਿਆਣਪ ਹੈ ਹਨਾ, ਕਿਸੇ ਵੀ ਬੰਦੇ ਦੇ ਅੰਦਰ ਇੱਕ ਰੰਗ ਤਾਂ ਹੁੰਦਾ ਨਹੀਂ, ਸਾਰੇ ਤਰ੍ਹਾਂ ਦੇ ਹੁੰਦੇ ਆ। ਜੇ ਉਹਦੇ ਅੰਦਰ ਸਿਆਣਪ ਆ ਤਾਂ ਕਮਲ ਹੋਣਾ ਵੀ ਜ਼ਰੂਰੀ ਆ। ਜੇ ਕੋਈ ਬਹੁਤ ਵੱਡਾ ਐਕਟਰ ਆ ਜਾਂ ਕੋਈ ਬਹੁਤ ਵੱਡਾ ਅਦਾਕਾਰ ਆ, ਆਪਣੇ ਆਪ 'ਚ ਆਪਦੇ ਕੰਮ ਨੂੰ ਲੈ ਕੇ ਬਹੁਤ ਵੱਡਾ ਵਾ, ਉਹ ਕੀ ਉਹਨੂੰ ਗੁੱਸਾ ਨਹੀਂ ਆ ਸਕਦਾ? ਉਮਰ ਤੋਂ ਵੱਧ ਜ਼ਿਆਦਾ ਸਿਆਣੇ ਹੋ ਜਾਣਾ ਬਹੁਤ ਖਤਰਨਾਕ ਹੁੰਦਾ। ਜਦੋਂ ਤੁਸੀਂ ਬੋਲਣਾ ਵੀ ਸੋਚ ਕੇ ਆ, ਤੁਸੀਂ ਹੱਸਣਾ ਵੀ ਸੋਚ ਕੇ ਆ, ਤੁਸੀਂ ਪਹਿਰਾਵਾ ਵੀ ਸੋਚ ਕੇ ਪਾਉਣਾ, ਤਾਂ ਤੁਹਾਨੂੰ ਸੁਸਾਇਟੀ ਬਹੁਤ ਛੇਤੀ ਆਪਣੇ ਨਾਲੋਂ ਅਲੱਗ ਕਰ ਦਿੰਦੀ ਆ। ਹਰ ਇੱਕ ਬੰਦੇ ਨੂੰ ਹਰ ਇੱਕ ਰੂਪ 'ਚ ਸਾਨੂੰ ਦੇਖਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਹਰ ਮੂਡ 'ਚ ਵੀ ਦੇਖਣ ਦੀ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਵੀ ਇਹ ਬੰਦਾ ਜੇ ਸਿਆਣੀਆਂ ਗੱਲਾਂ ਕਰਦਾ ਵਾ ਤਾਂ ਇਹ ਸ਼ਰਾਰਤ ਨਹੀਂ ਕਰ ਸਕਦਾ। ਮੇਰੀ ਬੇਟੀ ਕਈ ਵਾਰ ਕਹਿੰਦੀ ਹੁੰਦੀ ਆ ਵੀ ਮੈਨੂੰ ਨਾ ਵੱਡੇ ਹੋਣਾ ਨਹੀਂ ਪਸੰਦ। ਵੱਡੇ ਹੋਣਾ ਕਿਉਂ ਨਹੀਂ ਪਸੰਦ? ਕਿਉਂਕਿ ਤੁਹਾਡੇ ਤੋਂ ਫਿਰ ਛੋਟੇ ਵਾਲੀ ਉਮੀਦ ਨਹੀਂ ਰੱਖੀ ਜਾਂਦੀ ਵੀ ਤੂੰ ਕੁਝ ਤੋੜ ਵੀ ਸਕਦੀ ਆ ਜਾਂ ਤੂੰ ਕੋਈ ਗਲਤੀ ਵੀ ਕਰ ਸਕਦੀ ਆ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਗੱਲ ਤੇ ਗੱਲ ਦਾ ਤੁਸੀਂ ਨਵਾਂ ਐਪੀਸੋਡ ਦੇਖ ਰਹੇ ਹੋ। 100ਵੇਂ ਐਪੀਸੋਡ ਵੱਲ ਅਸੀਂ ਵੱਧ ਰਹੇ ਹਾਂ ਅਤੇ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇੰਨਾ ਸਹਿਯੋਗ ਦਿੱਤਾ, ਇੰਨਾ ਤੁਸੀਂ ਸਾਨੂੰ ਪਿਆਰ ਦਿੱਤਾ ਕਿ ਅਸੀਂ ਇਹਨੂੰ 100 ਐਪੀਸੋਡ ਤੱਕ ਚਲਾ ਸਕੇ। ਅੱਗੇ ਵੀ ਚੱਲਦੇ ਰਹਿਣਗੇ, ਉਮੀਦ ਕਰਦੇ ਹਾਂ। ਅਤੇ ਅੱਜ ਦੇ ਐਪੀਸੋਡ 'ਚ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਭੈਣ ਰੁਪਿੰਦਰ ਸੰਧੂ ਹੋਣਗੇ, ਉਹਨਾਂ ਨੂੰ ਅਸੀਂ ਜੀ ਆਏ ਕਹਿੰਦੇ ਹਾਂ। ਅਤੇ ਅੱਜ ਦਾ ਜਿਹੜਾ ਵਿਸ਼ਾ ਉਹ ਆਪਾਂ ਅਕਸਰ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆਮ ਹੀ ਹੁੰਦਾ ਰਹਿੰਦਾ ਕਿ ਕਈ ਵਾਰੀ ਅਸੀਂ ਕਿਸੇ ਤੋਂ ਬਹੁਤ ਜ਼ਿਆਦਾ ਉਮੀਦ ਕਰ ਲੈਂਦੇ ਹਾਂ ਸਿਆਣੇ ਹੋਣ ਦੀ, ਜਾਂ ਆਪਾਂ ਕਹਿ ਲੈਂਦੇ ਹਾਂ ਇਹ ਬੰਦੇ ਤੋਂ ਇਹ ਉਮੀਦ ਨਹੀਂ ਸੀ। ਤਾਂ ਉੱਦਾਂ ਦੀਆਂ ਕੁਛ ਹਲਕੀਆਂ ਫੁਲਕੀਆਂ ਗੱਲਾਂ ਅੱਜ ਦੇ ਅਸੀਂ ਇਸ ਐਪੀਸੋਡ ਦੇ ਵਿੱਚ ਕਰਾਂਗੇ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਗੁਰਦੀਪ, ਕੀ ਹਾਲ ਆ? ਬਹੁਤ ਵਧੀਆ, ਠੀਕ ਠਾਕ। ਮੈਨੂੰ ਤੁਹਾਡੇ ਤੋਂ ਆਹ ਉਮੀਦ ਨਹੀਂ ਸੀ। ਇਹ ਸ਼ਬਦ ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨੀ ਕੁ ਵਾਰ ਸੁਣਿਆ? ਅਤੇ ਇਹ ਤੁਹਾਨੂੰ ਨਾ ਸੁਣਨਾ ਪਵੇ ਤਾਂ ਤੁਸੀਂ ਆਪਣੀ ਜ਼ਿੰਦਗੀ 'ਚ ਕਿੰਨੇ ਕੁ ਫੈਸਲੇ ਬਦਲੇ, ਜਾਂ ਫਿਰ ਕਿੰਨੀ ਵਾਰ ਆਪਣੇ ਆਪ ਨੂੰ ਤੁਸੀਂ ਬਦਲਿਆ ਤਾਂ ਕਿ ਤੁਹਾਨੂੰ ਜਾਂ ਤਾਂ ਸੁਣਨਾ ਨਾ ਪਵੇ ਜਾਂ ਫਿਰ ਤੁਸੀਂ ਸੁਣਿਆ ਸ਼ਬਦ ਇਹ ਵਾਕ? ਮੈਨੂੰ ਲੱਗਦਾ ਵੀ ਇਹ ਮੈਨੂੰ ਨਾ ਪਹਿਲਾਂ ਆਉਣਾ ਚਾਹੀਦਾ ਸੀਗਾ, ਵੀ ਮੈਨੂੰ ਇਹ ਸਹਿਣਾ ਪਹਿਲਾਂ ਆਉਣਾ ਚਾਹੀਦਾ ਸੀ। ਵੀ ਮੈਨੂੰ ਜਿਹੜਾ ਮਰਜ਼ੀ ਕਹਿ ਜਾਵੇ ਵੀ ਤੇਰੇ ਤੋਂ ਆਹ ਉਮੀਦ ਨਹੀਂ ਸੀ ਅਤੇ ਮੈਨੂੰ ਫਰਕ ਨਹੀਂ ਪੈਣਾ ਸੀ, ਹੈ ਨਾ। ਅਤੇ ਪਰ ਸਹੀ ਗੱਲ ਆ ਵੀ ਇਹ ਨਾ ਕਈ ਵਾਰੀ ਆਪਾਂ ਇਹ ਸੁਣਨ ਦੇ ਡਰ ਤੋਂ ਹੀ ਆਪਾਂ ਸੱਚੀ ਤੁਹਾਡੇ ਕਹਿਣ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹੋ ਜਿਹੀਆਂ ਕਰ ਲੈਂਦੇ ਹਾਂ ਜ਼ਿੰਦਗੀ 'ਚ, ਵੀ ਜਿਹੜੀਆਂ ਬਾਅਦ 'ਚੋਂ ਆਪਦੇ ਲਈ ਤਕਲੀਫ ਦੇ ਹੁੰਦੀਆਂ ਨੇ, ਪਰ ਹਾਂ ਸਿਰਫ ਦੂਜੇ ਨੂੰ ਥੋੜ੍ਹਾ ਜਿਹਾ ਸਕੂਨ 'ਚ ਰੱਖਣ ਲਈ ਅਸੀਂ, ਜਾਂ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਬਹੁਤੀ ਜ਼ਿਆਦਾ ਤਾਰੀਫ ਸੁਣਨ ਦੀ ਵੀ ਜਦੋਂ ਆਦਤ ਪੈ ਜਾਵੇ ਨਾ, ਬੰਦਾ ਫਿਰ ਅੰਦਰੋਂ ਬਹੁਤ ਤੰਗ ਹੁੰਦਾ ਨਾ। ਅਤੇ ਮੈਨੂੰ ਲੱਗਦਾ ਵੀ ਇਹ ਸੱਚੀ ਸੁਣਨ ਦੀ ਆਦਤ ਹੋਣੀ ਚਾਹੀਦੀ ਹੈ। ਵੀ ਜੇ ਕੋਈ ਤੁਹਾਨੂੰ ਕਹਿ ਰਿਹਾ ਵੀ ਤੇਰੇ ਤੋਂ ਇਹ ਉਮੀਦ ਨਹੀਂ ਸੀ ਜਿਹੜਾ ਫੈਸਲਾ ਤੂੰ ਕੀਤਾ ਜਾਂ ਜੋ ਤੂੰ ਮੇਰੇ ਨਾਲ ਕੀਤਾ, ਹੈ ਨਾ, ਤਾਂ ਮੈਨੂੰ ਲੱਗਦਾ ਉਹਨੂੰ ਬਹੁਤ ਜ਼ਿਆਦਾ ਸਿਰ 'ਤੇ ਸਵਾਰ ਨਾ ਕਰੋ ਵੀ ਮੈਂ ਇਹੋ ਜਿਹਾ ਕੁਛ ਸੁਣ ਲਿਆ ਜਿਹੜਾ ਮੇਰੇ ਤੋਂ ਬਰਦਾਸ਼ਤ ਹੀ ਨਹੀਂ ਹੋ ਰਿਹਾ, ਹੈ ਨਾ। ਅਤੇ ਦੂਜੀ ਚੀਜ਼ ਹੈ ਕਿ ਮੈਨੂੰ ਲੱਗਦਾ ਵੀ ਹਰੇਕ ਬੰਦੇ ਦੀ ਜ਼ਿੰਦਗੀ 'ਚ ਨਾ ਜਿਵੇਂ ਬਹੁਤ ਸਾਰੇ ਰੰਗ ਹੁੰਦੇ ਆ, ਤਾਂ ਉਹ ਕਦੀ ਬਹੁਤ ਸਹੀ ਵੀ ਚੱਲ ਸਕਦਾ ਅਤੇ ਕਦੀ ਕਦੀ ਉਹ ਬਹੁਤ ਗਲਤ ਵੀ ਚੱਲ ਸਕਦਾ, ਹੈ ਨਾ। ਹੁਣ ਮੇਰੇ ਤੋਂ ਜ਼ਿਆਦਾ ਮੈਨੂੰ ਲੱਗਦਾ ਮੈਂ ਕੀ ਕਰਨਾ ਕੋਈ ਨਹੀਂ ਸੋਚ ਸਕਦਾ, ਹੈ ਨਾ। ਆਪਦੇ ਲਈ ਮੈਂ ਆਪਣੇ ਤੋਂ ਜ਼ਿਆਦਾ ਚੰਗੇ ਫੈਸਲੇ ਕਿਸੇ ਤੋਂ ਉਮੀਦ ਨਹੀਂ ਕਰ ਸਕਦੀ ਵੀ ਉਹ ਕਰੇ, ਹੈ ਨਾ। ਅਤੇ ਫਿਰ ਜੇ ਮੈਂ ਕਈ ਵਾਰੀ ਸਹੀ ਕਰ ਰਹੀ ਹਾਂ ਜਾਂ ਕਈ ਵਾਰੀ ਮੈਂ ਬਹੁਤ ਗਲਤ ਕਰ ਰਹੀ ਹਾਂ ਅਤੇ ਉਹਦੇ 'ਚ ਮੈਨੂੰ ਕੋਈ ਸਲਾਹ ਦੇ ਸਕਦਾ, ਪਰ ਜਿਵੇਂ ਕਿਸੇ ਦੀ ਟੋਕਾ ਟਾਕੀ ਤੋਂ ਜਾਂ ਫਿਰ ਥੋੜ੍ਹੀਆਂ ਜਿਹੀਆਂ ਗੱਲਾਂ ਸੁਣਨ ਦੇ ਡਰ ਤੋਂ, ਹੈ ਨਾ, ਆਪਣੇ ਚੰਗੇ ਫੈਸਲੇ ਵੀ ਬਦਲ ਨੂੰ, ਤਾਂ ਮੈਨੂੰ ਲੱਗਦਾ ਫਿਰ
ਮੈਂ ਤਾਂ ਇਹੀ ਕਹੂੰਗੀ ਵੀ ਸੁਣ ਲਿਆ ਕਰੋ। ਜੇ ਮੈਂ ਕੱਲ ਨੂੰ ਤੁਹਾਨੂੰ ਕਹਾਂ ਗੁਰਦੀਪ ਮੈਨੂੰ ਉਮੀਦ ਨਹੀਂ ਸੀ, ਤੁਸੀਂ ਇਹੀ ਕਿਹਾ ਵੀ ਭੈਣੇ ਨਹੀਂ ਤਾਂ ਫਿਰ ਨਾ ਸਹੀ, ਪਰ ਮੈਨੂੰ ਇਹ ਚੰਗਾ ਲੱਗਿਆ ਜੋ ਮੈਂ ਕੀਤਾ ਹੈ ਨਾ। ਬਿਲਕੁਲ, ਨਾਲੇ ਕਹਿੰਦੇ ਹੁੰਦੇ ਵੀ ਕਈ ਵਾਰੀ ਜ਼ਿੰਦਗੀ 'ਚ ਨਾ ਕਈ ਚੀਜ਼ਾਂ ਉਹ ਵੀ ਕਰਨੀਆਂ ਚਾਹੀਦੀਆਂ ਨੇ ਜਿਹਦੀ ਤੁਹਾਡੇ ਤੋਂ ਉਮੀਦ ਨਹੀਂ ਸੀ ਨਾ ਹੋਵੇ। ਤਾਂ ਅਕਸਰ ਜਿਵੇਂ ਜਦੋਂ ਕਿ ਇੱਕ ਵਾਰੀ ਤੁਹਾਨੂੰ ਯਾਦ ਆ ਵੀ ਹਰਪ੍ਰੀਤ ਭਾਜੀ ਹੁਣੀ ਤੁਸੀਂ ਮੈਂ ਸਾਰੇ ਆਪਾਂ ਬੈਠੇ ਸੀ, ਆਪਾਂ ਤੁਹਾਡੀ ਕਿਤਾਬ ਦੀ ਗੱਲ ਕਰਦੇ ਸੀਗੇ, ਤਾਂ ਉਹਨਾਂ ਨੇ ਇੱਕ ਤੁਹਾਨੂੰ ਗੱਲ ਕਹੀ ਸੀ, ਚਲੋ ਉਹ ਤਾਂ ਹੋਰ ਕਿਸੇ ਸੰਦਰਭ 'ਚ ਸੀਗੀ, ਪਰ ਮੈਨੂੰ ਲੱਗਦਾ ਕਿ ਜ਼ਿੰਦਗੀ 'ਚ ਹੋਣੀ ਹੋਈ ਉਹ ਚਾਹੀਦੀ ਹੈ, ਤਾਂ ਹੀ ਜ਼ਿੰਦਗੀ ਆਪਾਂ ਕਹਿੰਦੇ ਹਾਂ ਵੀ ਰੌਚਕ ਬਣ ਸਕਦੀ ਹੈ, ਇੰਟਰਸਟਿੰਗ ਬਣ ਸਕਦੀ ਹੈ। ਉਹਨਾਂ ਨੇ ਤੁਹਾਨੂੰ ਕਿਹਾ ਸੀਗਾ ਕਿ ਰੁਪਿੰਦਰ ਉਹ ਕਿਤਾਬ ਲਿਖੀ ਜਿਹਦੀ ਲੋਕ ਤੇਰੇ ਤੋਂ ਉਮੀਦ ਨਹੀਂ ਕਰ ਰਹੇ, ਹੈ ਨਾ। ਅਸਲ ਦੇ ਵਿੱਚ ਉਹ ਬਹੁਤ ਵੱਡੀ ਗੱਲ ਸੀ। ਮੈਨੂੰ ਲੱਗਦਾ ਕਿ ਆਪਾਂ ਜ਼ਿੰਦਗੀ 'ਚ ਹਮੇਸ਼ਾ ਉਹੀ ਕੰਮ ਕਰਦੇ ਹਾਂ ਜਿਹੜਾ ਆਪਾਂ ਨੂੰ ਇੰਟਰਸਟ ਹੋਵੇ, ਹੈ ਨਾ। ਚਲੋ ਉਹ ਤਾਂ ਬਹੁਤ ਵਧੀਆ ਗੱਲ ਆ, ਪਰ ਬਹੁਤ ਹੀ ਜ਼ਿਆਦਾ ਕੰਮ ਆਪਾਂ ਉਹ ਵੀ ਕਰਦੇ ਹਾਂ, ਜਾਂ ਬਹੁਤ ਸਾਰੀਆਂ ਗੱਲਾਂ ਉਹ ਵੀ ਆਪਾਂ ਕਰਦੇ ਹਾਂ ਵੀ ਜਿਨ੍ਹਾਂ ਦੀ ਆਪਣੇ ਤੋਂ ਉਮੀਦ ਰੱਖੀ ਜਾਂਦੀ ਆ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਉਮੀਦ ਤੋਂ ਉਲਟ ਜਾ ਕੇ ਕੁਛ ਚੀਜ਼ਾਂ ਤੁਸੀਂ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਥੋੜ੍ਹਾ ਜਿਹਾ ਵਧੀਆ ਲੱਗਦਾ ਵਾ ਕਿ ਤੁਸੀਂ ਕੁਛ ਅਲੱਗ ਕੀਤਾ ਜ਼ਿੰਦਗੀ 'ਚ, ਕੁਛ ਤੁਸੀਂ ਆਪਦੀ ਮਰਜ਼ੀ ਦਾ ਕੀਤਾ। ਤੁਸੀਂ ਉਹ ਨਹੀਂ ਕੀਤਾ ਹੈਗਾ ਜੋ ਸਿਰਫ ਲੋਕਾਂ ਨੂੰ ਸੈਟਿਸਫਾਈ ਕਰਨ ਦੇ ਲਈ ਸੀਗਾ, ਤੁਸੀਂ ਉਹ ਕੀਤਾ ਜੋ ਤੁਹਾਨੂੰ ਚੰਗਾ ਲੱਗਿਆ, ਜੋ ਇਸ ਟਾਈਮ ਤੁਹਾਨੂੰ ਸਹੀ ਲੱਗਦਾ ਸੀਗਾ ਜਾਂ ਤੁਹਾਡਾ ਦਿਲ ਕਰਦਾ ਸੀਗਾ ਕਰਨ ਨੂੰ, ਹੈ ਨਾ। ਬਹੁਤ ਸਾਰੇ ਜ਼ਿੰਦਗੀ ਦੇ ਇੱਦਾਂ ਦੇ ਕੰਮ ਜਾਂ ਇੱਦਾਂ ਦੀਆਂ ਸ਼ਰਾਰਤਾਂ, ਜਾਂ ਆਪਾਂ ਕਈ ਵਾਰੀ ਉਮਰ ਦੇ ਹਿਸਾਬ ਨਾਲ ਵੀ ਸੋਚ ਲੈਂਦੇ ਹਾਂ ਵੀ ਆਹ ਉਮਰ 'ਚ ਥੋੜ੍ਹੀ ਆਹ ਚੀਜ਼ਾਂ ਚੰਗੀਆਂ ਲੱਗਦੀਆਂ, ਜਾਂ ਆਹ ਚੀਜ਼ਾਂ ਹੁਣ ਆਹ ਉਮਰ 'ਚ ਥੋੜ੍ਹੀ ਨਾ ਤੇ ਤੋਂ ਉਮੀਦ ਕੀਤੀਆਂ ਜਾ ਸਕਦੀਆਂ ਨੇ, ਆਪਾਂ ਉਹ ਕਰਨੀਆਂ ਹੀ ਬੰਦ ਕਰ ਦਿੰਦੇ ਹਾਂ ਨਾ। ਮੈਨੂੰ ਲੱਗਦਾ ਹੁੰਦਾ ਕਿ ਵੈਸੇ ਤਾਂ ਕਦੇ ਕਦੇ ਨਾ ਮੈਨੂੰ ਚੀਜ਼ਾਂ ਸਮਝਣ 'ਚ ਬੜੀ ਦਿੱਕਤ ਆਉਂਦੀ ਹੁੰਦੀ। ਕਦੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਉਮੀਦ 'ਤੇ ਹੀ ਦੁਨੀਆ ਜਿਉਂਦੀ ਆ, ਕਦੇ ਆਪਾਂ ਕਹਿ ਦਿੰਦੇ ਹਾਂ ਕਿਸੇ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਹੈਗੀ, ਹੈ ਨਾ। ਸੋ ਇਹ ਵੀ ਚੀਜ਼ਾਂ ਮੇਰੇ ਲਈ ਕੰਪਲੀਕੇਟਡ ਹੁੰਦੀਆਂ ਨੇ ਵੀ ਸਾਨੂੰ ਦੂਜਿਆਂ ਦੀ ਉਮੀਦ ਮੁਤਾਬਿਕ ਜਿਉਣਾ ਚਾਹੀਦਾ, ਜਾਂ ਫਿਰ ਜੋ ਸਾਨੂੰ ਚੰਗਾ ਲੱਗਦਾ ਵਾ ਸਾਨੂੰ ਉਹਦੇ ਮੁਤਾਬਿਕ ਜਿਉਣਾ ਚਾਹੀਦਾ ਵਾ, ਹੈ ਨਾ। ਕਈ ਵਾਰੀ ਨਾ ਬੰਦਾ ਇਹ ਸ਼ਬਦ ਇਹ ਜਿਹੜਾ ਸੈਂਟੈਂਸ ਆ ਕਿਤੇ ਗਲਤ ਜਗ੍ਹਾ 'ਤੇ ਵੀ ਬੋਲ ਦਿੰਦਾ। ਜਿਵੇਂ ਥੋੜ੍ਹੇ ਦਿਨ ਪਹਿਲਾਂ ਮੇਰੇ ਨਾਲ ਇੱਕ ਐਕਸਪੀਰੀਅੰਸ ਹੋਇਆ ਨਾ, ਮੈਂ ਉੱਥੇ ਉਮੀਦ ਨਹੀਂ ਸੀ ਕੀਤੀ ਵੀ ਮੈਨੂੰ ਇਹ ਕਿਹਾ ਜਾਊਗਾ ਵੀ ਤੇਰੇ ਤੋਂ ਆਹ ਉਮੀਦ ਨਹੀਂ ਸੀ ਦੇਖੋ, ਹੈ ਨਾ। ਕਈ ਵਾਰੀ ਅਸੀਂ ਕਿਉਂਕਿ ਇਹ ਜਿਹੜਾ ਸੈਂਟੈਂਸ ਆ ਇੰਨੇ ਪ੍ਰੈਸ਼ਰ ਵਾਲਾ ਵਾ, ਤੁਸੀਂ ਚਾਹ ਕੇ ਵੀ ਸੋਚਦੇ ਹੋ ਵੀ ਤੁਹਾਡੇ ਤੋਂ ਕੀ ਗਲਤ ਹੋ ਗਿਆ ਹੈ ਜਿਹਾ, ਹੈ ਨਾ, ਵੀ ਜਿਹੜਾ ਤੁਹਾਡੇ ਤੋਂ ਉਮੀਦ ਨਹੀਂ ਸੀ ਕੀਤੀ ਜਾ ਸਕਦੀ, ਜਾਂ ਅਗਲੇ ਦੀ ਉਮੀਦ ਤੋਂ ਉਲਟ ਤੁਸੀਂ ਇਹੋ ਜਿਹਾ ਕੀ ਕਰਤਾ ਵੀ ਜਿਹੜੇ ਤੁਹਾਨੂੰ ਉਹਨੂੰ ਐਡੀ ਵੱਡੀ ਗੱਲ ਕਹਿਣੀ ਪਈ ਵੀ ਤੇਰੇ ਤੋਂ ਆਹ ਉਮੀਦ ਨਹੀਂ ਸੀਗੀ, ਹੈ ਨਾ। ਸੋ ਮੈਨੂੰ ਲੱਗਦਾ ਕਿ ਕਈ ਵਾਰੀ ਨਾ ਇਹ ਕਿਸੇ ਨੂੰ ਕਹਿਣਾ ਵੀ ਤੇਰੇ ਤੋਂ ਆਹ ਉਮੀਦ ਨਹੀਂ ਸੀਗੀ ਤਾਂ ਦੂਜੇ ਬੰਦੇ ਨੂੰ ਮੈਂਟਲ ਟਰੋਮਾ ਦੇ ਸਕਦਾ ਆ। ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਹੈ ਗੁਰਦੀਪ ਹਮੇਸ਼ਾ ਵੀ ਅਸਲ 'ਚ ਨਾ ਇਹ ਸਾਨੂੰ ਪੱਕੇ ਹੋਣਾ ਚਾਹੀਦਾ ਵੀ ਅਸੀਂ ਕਿਹਦੇ ਸ਼ਬਦ ਆਪਣੇ ਤੇ ਲੈਣੇ ਆ ਜਾਂ ਕਿਹਦੇ ਨਹੀਂ, ਹੈ ਨਾ। ਜਿਵੇਂ ਮੈਂ ਥੋੜੇ ਦਿਨ ਪਹਿਲਾਂ ਤੁਹਾਨੂੰ ਕਿਸੇ ਦੇ ਕੋਈ ਕਮੈਂਟ ਦਿਖਾ ਰਹੀ ਸੀ, ਹੈ ਨਾ, ਤਾਂ ਤੁਸੀਂ ਕਿਹਾ ਸੀਗਾ ਕਿ ਭੈਣੇ ਦੁਨੀਆ 'ਚ ਲੱਖਾਂ ਲੋਕ ਨੇ, ਹੈ ਨਾ, ਜੇ ਉਹ 'ਚੋਂ ਮਤਲਬ 99 ਆਪਾਂ ਨੂੰ ਚੰਗਾ ਕਹਿ ਰਹੇ ਨੇ ਤਾਂ ਜੇ ਇੱਕ ਬੰਦਾ ਮਾੜਾ ਕਹਿ ਰਿਹਾ ਤਾਂ ਤੁਸੀਂ ਉਸ ਚੀਜ਼ ਨੂੰ ਸੋਚਣਾ ਨਹੀਂ ਹੈਗਾ ਨਾ। ਹੁਣ ਜੇ ਮੈਨੂੰ ਪਤਾ, ਮੈਂ ਹਮੇਸ਼ਾ ਸੋਚਦੀ ਹੁੰਦੀ ਹਾਂ ਕਿ ਬੰਦਾ ਨਾ ਆਪਦੇ ਕੰਮ ਲਈ ਇਮਾਨਦਾਰ ਹੋਵੇ, ਬੰਦਾ ਆਪਦੇ ਕਿਰਦਾਰ ਲਈ ਇਮਾਨਦਾਰ ਹੋਵੇ, ਹੈ ਨਾ। ਤੇ ਤੁਸੀਂ ਜੇ ਆਪਣੇ ਕੰਮ ਲਈ ਵੀ ਇਮਾਨਦਾਰ ਹੋ, ਆਪਣੇ ਕਿਰਦਾਰ ਲਈ ਵੀ ਇਮਾਨਦਾਰ ਹੋ, ਤੇ ਫਿਰ ਵੀ ਤੁਹਾਨੂੰ ਆ ਕੇ ਕੋਈ ਕਹਿੰਦਾ ਵੀ ਤੂੰ ਮੇਰੀ ਉਮੀਦ ਮੁਤਾਬਕ ਨਹੀਂ ਕੀਤਾ ਜਾਂ ਤੂੰ ਮੇਰੀ ਉਮੀਦ ਤੋਂ ਉਲਟਾ ਚੱਲ ਰਿਹਾ, ਹੈ ਨਾ, ਤਾਂ ਮੈਨੂੰ ਲੱਗਦਾ ਫਿਰ ਉਹ ਤੁਹਾਡੀ ਗੱਲ ਅਪਲਾਈ ਕਰਨੀ ਚਾਹੀਦੀ ਹੈ ਉੱਥੇ ਵੀ। ਤੁਸੀਂ ਉਹਨੂੰ ਮਾਈਨਸ ਕਰ ਲਓ ਵੀ ਤੁਸੀਂ ਸੋਚੋ ਨਾ ਤੁਸੀਂ ਉਹਨੂੰ 1% ਵਾਲਿਆਂ 'ਚ ਰੱਖ ਸਕਦੇ ਹੋ। ਕਈ ਵਾਰੀ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਨੇ, ਜਿਵੇਂ ਤੁਸੀਂ ਤੇ ਮੈਂ ਹੋ, ਹੈ ਨਾ, ਥੋੜ੍ਹੇ ਜਿਹੇ ਐਫਰਟਸ ਮੈਂ ਕਰ ਲੂੰਗੀ ਕਿ ਮੈਂ ਗੁਰਦੀਪ ਦੀ ਉਮੀਦ ਮੁਤਾਬਕ ਉਹਦੇ ਨਾਲ ਮੇਰਾ ਰਿਸ਼ਤਾ ਹੋਵੇ, ਹੈ ਨਾ। ਪਰ ਹੁਣ ਜੇ ਮੈਂ ਸੋਚਾਂ ਕਿ ਸਾਰੀ ਦੁਨੀਆ ਲਈ ਮੈਂ ਐਫਰਟਸ ਕਰੂੰਗੀ, ਇਹ ਤਾਂ ਨਹੀਂ ਨਾ ਮੈਂ ਕਰ ਸਕਦੀ। ਕਿਸੇ ਦਾ ਓਪੀਨੀਅਨ ਮੇਰੇ ਬਾਰੇ ਕੀ ਆ, ਹੈ ਨਾ, ਉਹ ਮੈਂ ਇੰਨਾ ਜ਼ਿਆਦਾ ਨਹੀਂ ਬਦਲ ਸਕਦੀ। ਮੈਂ ਜੇ ਆਪਣੇ ਆਪ 'ਚ ਕੁਛ ਬਦਲ ਸਕੂੰ ਤਾਂ ਮੈਂ ਉਹੀ ਬਦਲ ਸਕੂੰ ਜਿਹੜੀਆਂ ਤੁਹਾਨੂੰ ਮੈਂ 2 ਚੀਜ਼ਾਂ ਕਹੀਆਂ ਕਿ ਮੈਂ ਆਪਣੇ ਕੰਮ ਲਈ ਇਮਾਨਦਾਰ ਹਾਂ, ਮੈਂ ਆਪਣੇ ਕਿਰਦਾਰ ਲਈ ਇਮਾਨਦਾਰ ਹਾਂ, ਹੈ ਨਾ। ਜੇ ਫਿਰ ਵੀ ਮੈਨੂੰ ਲੱਗਦਾ ਕਿ ਮੈਂ ਉਮੀਦ ਵਾਲੇ ਸਾਂਚੇ 'ਚ ਫਿੱਟ ਨਹੀਂ ਹੋ ਰਹੀ, ਹੈ ਨਾ, ਫਿਰ ਮੈਨੂੰ ਲੱਗਦਾ ਕਿ ਮੈਨੂੰ ਸਾਰੀ ਚੀਜ਼ਾਂ ਨੂੰ ਐਬਸੈਂਟ ਕਰਕੇ ਸਿਰਫ ਆਪਣੇ ਲਈ ਸੋਚਣਾ ਚਾਹੀਦਾ, ਹੈ ਨਾ। ਮੈਂ ਨਾ ਇਹ ਥੋੜ੍ਹੇ ਜਿਹੇ ਦਿਨ ਪਹਿਲਾਂ ਇੱਕ ਚੀਜ਼ ਸੁਣ ਰਹੀ ਸੀ, ਉਹਦੇ 'ਚ ਇਹੀ ਸੀਗਾ ਕਿ ਜ਼ਿੰਦਗੀ 'ਚ ਸਭ ਕੁਛ ਟੈਂਪਰੇਰੀ ਆ। ਜੇ ਕੁਛ ਟਰੁੱਥ ਹੈ, ਜੇ ਕੁਛ ਸਭ ਤੋਂ ਜ਼ਿਆਦਾ ਮਤਲਬ ਹੈ ਨਾ ਜਿਹਨੂੰ ਪ੍ਰੈਫਰੈਂਸ ਦੇਣੀ ਚਾਹੀਦੀ, ਉਹ ਤੁਹਾਡਾ ਆਪਣਾ ਆਪ ਹੋਣਾ ਚਾਹੀਦਾ। ਜਿਵੇਂ ਮੈਂ ਉਦਣ ਵੀ ਸ਼ਾਇਦ ਆਪਾਂ ਫੋਨ ਤੇ ਵੀ ਇਹ ਗੱਲ ਕੀਤੀ ਸੀ, ਤੁਹਾਨੂੰ ਕਿਹਾ ਸੀ, ਉਹ ਕਹਿੰਦੇ ਵੀ ਕਿਸੇ ਵਕਤ ਤੁਹਾਡੇ ਪੇਰੈਂਟਸ ਤੁਹਾਡੇ ਲਈ ਸਭ ਤੋਂ ਵੱਡੀ ਜ਼ਰੂਰਤ ਨੇ, ਤੁਸੀਂ ਉਹਨਾਂ ਦੀਆਂ ਉਮੀਦਾਂ ਮੁਤਾਬਕ ਚੱਲਦੇ ਹੋ ਕਿ ਇੱਕ ਬੱਚੇ ਤੋਂ ਕੀ ਉਮੀਦ ਹੁੰਦੀ ਆ ਮਾਂ ਪਿਓ ਨੂੰ, ਹੈ ਨਾ। ਫਿਰ ਇੱਕ ਟਾਈਮ ਤੁਹਾਡਾ ਵਿਆਹ ਹੁੰਦਾ, ਤੁਹਾਡਾ ਹਸਬੈਂਡ ਤੁਹਾਡੀ ਪ੍ਰਾਇੋਰਟੀ ਹੈ, ਤੁਸੀਂ ਉਹਦੀ ਉਮੀਦਾਂ ਮੁਤਾਬਕ ਚੱਲਣ ਲੱਗ ਜਾਂਦੇ ਹੋ ਨਾ। ਫਿਰ ਉਸ ਤੋਂ ਅਗਲਾ ਪਾਰਟ ਆ ਜਾਂਦਾ, ਤੁਹਾਡੇ ਬੱਚੇ ਹੋ ਜਾਂਦੇ ਆ, ਤੁਸੀਂ ਕਹਿੰਦੇ ਹੋ ਵੀ ਹੁਣ ਮੈਂ ਮਾਂ ਵੀ 100% ਮਤਲਬ ਖਰੀ ਉਤਰਾਂ, ਹੈ ਨਾ, ਵੀ ਬੱਚੇ ਨੂੰ ਜੋ ਉਮੀਦ ਆ ਮੇਰੇ ਤੋਂ। ਫਿਰ ਜਦੋਂ ਸਭ ਕੁਛ ਕਰਕੇ ਤੁਸੀਂ ਹੰਭ ਕੇ ਬਹਿ ਜਾਂਦੇ ਹੋ, ਤੁਹਾਨੂੰ ਫੇਰ ਚੇਤਾ ਆਉਂਦਾ ਵੀ ਯਾਰ ਮੈਂ ਵੀ ਹੈਗਾ, ਮੈਂ ਵੀ ਦੁਨੀਆ ਤੇ ਜਿਉਣਾ। ਸਹੀ ਗੱਲ ਆ।
ਤੇ ਮੈਨੂੰ ਲੱਗਦਾ ਜ਼ਿੰਦਗੀ ਦੇ ਕਿੰਨੇ ਸਾਲ ਅਸੀਂ ਦੂਜਿਆਂ ਦੀਆਂ ਉਮੀਦਾਂ ਪੂਰੇ ਕਰਦੇ ਹੋਏ ਕੱਢਤੇ। ਕਿੰਨੀ ਹੈਰਾਨੀ ਦੀ ਗੱਲ ਆ ਨਾ ਵੀ ਆਪਾਂ ਸਾਰੀ ਉਮਰ ਦੂਜੇ ਤੋਂ ਹੀ ਉਮੀਦਾਂ ਕਰੀ ਜਾਂਦੇ, ਆਪਾਂ ਆਪਣੇ ਤੋਂ ਉਮੀਦ ਕਿਉਂ ਨਹੀਂ ਕਰਦੇ ਹੈਗੇ, ਹੈ ਨਾ। ਚਲੋ ਠੀਕ ਆ, ਇਹ ਦੁਨੀਆਦਾਰੀ ਆ, ਆਪ ਜ਼ਿੰਦਗੀ 'ਚ ਤੁਹਾਡੇ 'ਚ 2-4 ਬੰਦੇ ਇੱਦਾਂ ਦੇ ਹੋਣੇ ਵੀ ਚਾਹੀਦੇ ਨੇ ਜਿਨ੍ਹਾਂ ਤੋਂ ਤੁਸੀਂ ਉਮੀਦ ਕਰਦੇ ਹੋ ਵੀ ਤੁਹਾਡੇ ਹਰ ਔਖੇ ਸੌਖੇ ਸਮੇਂ ਖੜਨਗੇ ਜਾਂ ਤੁਹਾਡੇ ਹਰ ਸਹੀ ਗਲਤ ਦੇ ਵਿੱਚ ਤੁਹਾਡਾ ਸਾਥ ਦੇਣਗੇ, ਹੈ ਨਾ। ਜਿਵੇਂ ਹੁਣ ਆਪਣੀ ਜ਼ਿੰਦਗੀ 'ਚ ਵੀ 1-2 ਜਣੇ ਇੱਦਾਂ ਦੇ ਹੈਗੇ ਨੇ ਵੀ ਜੇ ਆਪਾਂ ਗਲਤ ਵੀ ਆ ਉੱਥੇ ਆ ਕੇ ਕਹਿਣਗੇ ਨਹੀਂ ਇਹ ਸਹੀ ਆ, ਹੈ ਨਾ। ਉਹ ਤਾਂ ਤੁਸੀਂ ਉਮੀਦ ਕਰਦੇ ਹੋ ਉਹਨਾਂ ਤੋਂ ਵੀ ਇਹ ਤੁਹਾਡੇ ਨਾਲ ਆ ਕੇ ਖੜਨਗੇ, ਹੈ ਨਾ। ਪਰ ਮੈਨੂੰ ਲੱਗਦਾ ਹੁੰਦਾ ਵੀ ਸਾਰੇ ਕਿਤੇ ਇਹ ਚੀਜ਼ਾਂ ਇੰਪਲੀਮੈਂਟ ਨਹੀਂ ਹੋਣੀਆਂ ਚਾਹੀਦੀਆਂ ਵੀ ਬੰਦਾ ਦੂਜਿਆਂ ਤੋਂ ਉਮੀਦਾਂ ਰੱਖਦਾ ਰਹੇ ਤੇ ਆਪਦੇ ਤੋਂ ਕੁਝ ਉਮੀਦ ਨਾ ਕਰੇ, ਹੈ ਨਾ। ਨਾਲੇ ਮੈਨੂੰ ਲੱਗਦਾ ਇਹ ਸਮਝ ਵੀ ਆਪਾਂ ਨਾ ਗਲਤ ਲੈਂਦੇ ਹਾਂ ਇਸ ਚੀਜ਼ ਨੂੰ। ਮੈਨੂੰ ਲੱਗਦਾ ਕਿ ਬਹੁਤ ਗਲਤ ਤਰੀਕੇ ਦੇ ਨਾਲ ਆਪਾਂ ਇੰਟਰਪ੍ਰੈਟ ਕਰਦੇ ਹਾਂ ਕਿ ਉਮੀਦ ਨਹੀਂ ਰੱਖਣੀ ਚਾਹੀਦੀ ਹੈਗੀ। ਵਾਕਈ ਸਾਨੂੰ ਨਹੀਂ ਰੱਖਣੀ ਚਾਹੀਦੀ ਉਮੀਦ ਕਿ ਮੈਂ ਹੁਣ ਜੇ ਕਹੀ ਜਾਵਾਂ ਮੇਰੀ ਜ਼ਿੰਦਗੀ 'ਚ ਜੇ ਮੈਨੂੰ 100 ਜਾਣੇ ਨੇ ਤਾਂ ਮੈਨੂੰ 100 ਤੋਂ ਹੀ ਉਮੀਦ ਰੱਖਣੀ ਚਾਹੀਦੀ ਹੈ, ਇਹੋ ਜਿਹਾ ਨਹੀਂ ਹੁੰਦਾ, ਹੈ ਨਾ। ਕਿਉਂਕਿ ਮੈਂ ਵੀ 100 ਦੀ ਉਮੀਦ ਮੁਤਾਬਿਕ ਨਹੀਂ ਢਲ ਸਕਦੀ, ਹੈ ਨਾ। ਤਾਂ ਜ਼ਿੰਦਗੀ 'ਚ ਸਿਰਫ 1 ਜਾਂ 2 ਜਾਣੇ ਹੁੰਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਉਮੀਦਾਂ ਲਾਉਣੀਆਂ ਚਾਹੀਦੀਆਂ ਨੇਗੀਆਂ। ਚਲੋ ਹੁੰਦਾ ਵੀ ਇਹ ਜ਼ਰੂਰੀ ਵੀ ਆ, ਉਹ ਬੰਦੇ ਤੁਹਾਡੇ ਤੋਂ ਉਮੀਦ ਰੱਖਦੇ ਹੋਣਗੇ, ਨਾ। ਪਰ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਕਿਸੇ ਤੋਂ ਜਾਂ ਕਿਸੇ ਨੂੰ ਸਾਡੇ ਤੋਂ ਉਮੀਦ ਘੱਟ ਹੀ ਹੋਵੇ ਤਾਂ ਚੰਗਾ ਵਾ, ਹੈ ਨਾ। ਮੈਂ ਕਹਿੰਦੀ ਹਾਂ ਘੱਟ ਨਾਲੋਂ ਜੇ ਉਹਦੀ ਹੱਦ ਹੋਵੇ ਨਾ ਤਾਂ ਜਾਂ ਜ਼ਿਆਦਾ ਚੰਗੀ ਹੈ ਨਾ। ਕਿ ਮਤਲਬ ਮੇਰੀਆਂ ਉਮੀਦਾਂ ਵੀ ਕਿਸੇ ਤੱਕ ਇੱਕ ਹੱਦ ਤੱਕ ਹੀ ਹੋਣੀਆਂ ਚਾਹੀਦੀਆਂ ਨੇ, ਹੈ ਨਾ। ਹੁਣ ਮੈਂ ਇੱਕ ਨੋਰਮਲ ਇਨਸਾਨ ਆ, ਮੈਨੂੰ ਤੁਸੀਂ ਇੱਕ ਆਪਣੀ ਚੋਇਸ ਨਾਲ ਤਾਂ ਬਣਾਇਆ ਨਹੀਂ ਕਿ ਜਿਵੇਂ ਇੱਕ ਮੈਨੂੰ ਪਤਾ ਹੋਵੇ ਵੀ ਮੈਨੂੰ ਘਰ 'ਚ ਇਸ ਤਰੀਕੇ ਦੀ ਮਸ਼ੀਨ ਚਾਹੀਦੀ ਹੈ ਅਤੇ ਮੈਂ ਉਹਦੀ ਪ੍ਰੋਡਕਸ਼ਨ ਕਰਾਂ, ਹੈ ਨਾ। ਮੈਂ ਇੱਕ ਨੋਰਮਲ ਇੱਕ ਇਨਸਾਨ ਆ, ਹੈ ਨਾ, ਜਿਹਦੀ ਪ੍ਰੋਡਕਸ਼ਨ ਕੁਦਰਤ 'ਤੇ ਡਿਪੈਂਡ ਕਰਦੀ ਹੈ ਕਿ ਉਹਨੇ ਮੈਨੂੰ ਕਿਹੋ ਜਿਹੀਆਂ ਆਦਤਾਂ ਦਿੱਤੀਆਂ ਨੇ, ਕੀ ਸਭ ਕੁਛ ਦਿੱਤਾ, ਹੈ ਨਾ, ਜਾਂ ਮੈਨੂੰ ਪਾਲਣ ਵਾਲਿਆਂ 'ਤੇ ਨਿਰਭਰ ਕਰਦੀਆਂ ਨੇ। ਪਰ ਜੇ ਤੁਸੀਂ ਮੇਰੇ 'ਚੋਂ 100 ਚੀਜ਼ਾਂ ਲੱਭਣ ਲੱਗ ਜਾਓਗੇ ਨਾ ਕਿ ਮੈਂ ਇੱਕ ਚੰਗੀ ਕਿਸੇ ਦੀ ਧੀ ਵੀ ਰਵਾਂ, ਫਿਰ ਕਿਸੇ ਦੀ ਨੂੰਹ ਵੀ ਰਵਾਂ, ਫਿਰ ਕਿਸੇ ਦੀ ਵਾਈਫ ਵੀ ਰਵਾਂ, ਫਿਰ ਕਿਸੇ ਦੀ ਮਾਂ, ਮਤਲਬ ਮੈਂ ਇੰਨੇ ਕਿੰਨੇ ਕੁ ਆਪਣੇ ਆਪ ਨਾਲ ਯਤਨ ਕਰ ਲੂੰ ਵੀ ਮੈਂ ਉਹਨਾਂ ਸਾਰੀਆਂ ਚੀਜ਼ਾਂ 'ਚ ਪੂਰੀਆਂ ਰਵਾਂ, ਹੈ ਨਾ। ਜੇ ਮੈਂ 3 'ਚ ਪੂਰੀਆਂ ਤੇ ਚੌਥਾ ਉੱਠ ਕੇ ਮੰਨ ਲਓ ਕੱਲ੍ਹ ਨੂੰ ਮੇਰੇ ਬੱਚੇ ਕਹਿਣ ਵੀ ਮੰਮਾ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਮੈਂ ਸੋਚੂੰਗੀ ਯਾਰ ਜਦ ਮੈਂ 3 'ਚ ਖਰੀਆਂ ਤੁਹਾਨੂੰ ਨਹੀਂ ਸੀ ਤਾਂ ਨਾ ਸਹੀ, ਹੈ ਨਾ। ਪਰ ਜੇ ਤੁਸੀਂ ਵੀ ਇਹ ਸੋਚਣ ਲੱਗ ਜਾਓ ਨਾ ਮੈਂ ਸਭ 'ਤੇ ਖਰੇ ਉਤਰਾਂ, ਹੈ ਨਾ। ਜਿਵੇਂ ਮੈਂ ਤੁਹਾਨੂੰ ਬਹੁਤ ਕਹਿੰਦੀ ਹੁੰਦੀ ਵੀ ਕਈ ਚੀਜ਼ਾਂ ਮੈਂ ਤੁਹਾਡੇ ਤੋਂ ਇਹ ਚੀਜ਼ਾਂ ਸਿੱਖੀਆਂ ਨੇ। ਜਦੋਂ ਸਭ 'ਤੇ ਖਰੇ ਉਤਰਨ ਵਾਲੀ ਬਿਮਾਰੀ ਹੈ ਨਾ ਤਾਂ ਉਹ ਫਿਰ ਬੰਦੇ ਨੂੰ ਮਤਲਬ ਫਿਰ ਬੰਦਾ ਨਾ ਆਪਣੇ ਆਪ ਨੂੰ ਇੱਕ ਦਿਨ ਰਿਅਲਾਈਜ਼ ਕਰਵਾਉਂਦਾ ਹੈ ਵੀ ਤੂੰ ਸਭ ਲਈ ਕੀਤਾ ਪਰ ਤੂੰ ਆਪਣੇ ਲਈ ਕੱਖ ਨਹੀਂ ਕੀਤਾ, ਮੈਨੂੰ ਤੇਰੇ ਤੋਂ ਆਹ ਉਮੀਦ ਨਹੀਂ ਸੀ, ਹੈ ਨਾ। ਮੈਂ ਤਾਂ ਕਹਿੰਦੀ ਹਾਂ ਆਪਦੇ ਤੋਂ ਉਮੀਦ ਰੱਖੋ, ਹੈ ਨਾ। ਆਪਾਂ ਭੈਣੇ ਕਿਤੇ ਸਿੰਪਲੀ ਖਾਣ ਵੀ ਜਾਂਦੇ ਹਾਂ ਨਾ, ਆਪਾਂ ਉੱਥੇ ਵੀ ਨਾ ਦੂਜੇ ਨੂੰ ਵਿੱਚ ਜਿਵੇਂ ਸਾਰੇ ਖਾਣਾ ਚਾਹੁੰਦੇ ਨੇ, ਚਲੋ ਕੋਆਪਰੇਟ ਕਰਨਾ ਚਾਹੀਦਾ, ਇਹ ਵੀ ਚੀਜ਼ਾਂ ਜ਼ਿੰਦਗੀ 'ਚ ਬੜੀਆਂ ਜ਼ਰੂਰੀ ਨੇਗੀਆਂ। ਪਰ ਆਪਾਂ ਬਹੁਤ ਹੱਦ ਤੱਕ ਆਪਣੀ ਜ਼ਿੰਦਗੀ ਦੇ ਫੈਸਲੇ ਵੀ ਮੇਰੇ ਤੋਂ ਇਹ ਉਮੀਦ ਕੀਤੀ ਜਾਂਦੀ ਹੋਊਗੀ। ਕੱਪੜਾ ਲੀੜਾ ਪਾਉਣ ਲੱਗਿਆਂ ਵੀ ਆਪਾਂ ਇਹ ਧਿਆਨ 'ਚ ਰੱਖਦੇ ਹਾਂ ਵੀ ਇਹ ਸੋਚ ਸਕਦੇ ਹੋਣਗੇ ਵੀ ਮੈਂ ਇਹੋ ਜਿਹਾ ਕੱਪੜਾ ਪਾ ਸਕਦਾ ਜਾਂ ਨਹੀਂ ਪਾ ਸਕਦਾ, ਹੈ ਨਾ। ਜਾਂ ਫਿਰ ਮੈਂ ਆਹ ਚੀਜ਼ ਕਰ ਸਕਦਾ ਜਾਂ ਨਹੀਂ ਕਰ ਸਕਦਾ, ਕਿਸੇ ਕੰਮ ਨੂੰ ਲੈ ਕੇ ਹੋਵੇ ਜਾਂ ਕੋਈ ਗੱਲ ਘਰੇ ਕਹਿਣ ਨੂੰ ਲੈ ਕੇ ਹੋਵੇ, ਹੈ ਨਾ। ਆਪਾਂ ਨੂੰ ਇਹ ਹੁੰਦਾ ਵਾ ਵੀ ਮੇਰੇ ਤੋਂ ਉਮੀਦ ਰੱਖੀ ਜਾਂਦੀ ਹੋਊਗੀ ਘਰੇ ਇਸ ਗੱਲ ਦੀ, ਨਾ। ਵੀ ਨਹੀਂ ਵੀ ਰੱਖੀ ਜਾਂਦੀ ਹੋਊਗੀ ਤਾਂ ਵੀ ਤੁਸੀਂ ਕਹੋ, ਜੇ ਰੱਖੀ ਵੀ ਜਾਂਦੀ ਹੋਊਗੀ ਤਾਂ ਵੀ ਤੁਹਾਡਾ ਜੋ ਦਿਲ ਕਰਦਾ ਤੁਸੀਂ ਉਹ ਚੀਜ਼ਾਂ ਨੂੰ ਤਾਂ ਕਰੋਗੇ ਨਾ। ਆਪਾਂ ਸਾਰੀ ਜ਼ਿੰਦਗੀ ਕੱਢ ਲੈਂਦੇ ਆਪਣੀ, ਪਰ ਅਸਲ ਆਪਣਾ ਜਿਹੜਾ ਰੰਗ ਹੁੰਦਾ ਨਾ ਉਹਦਾ ਮੈਂ ਕਹਿੰਦੀ ਹਾਂ ਅਸੀਂ ਕੋਈ 10% ਵੀ ਨਹੀਂ ਜਿਉਂਕੇ ਜਾਂਦੇ ਹੈਗੇ, ਹੈ ਨਾ। ਆਪਾਂ ਸਾਰੀ ਉਮਰ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਮਾਂ-ਬਾਪ ਦੇ ਲਈ, ਫਿਰ ਉਸ ਤੋਂ ਬਾਅਦ ਬੱਚੇ ਘਰ ਵਾਲੇ ਦੇ ਲਈ, ਫਿਰ ਉਸ ਤੋਂ ਬਾਅਦ ਬੱਚਿਆਂ ਦੇ ਲਈ, ਸੇਮ ਆਪਣੇ ਆਪੋਜ਼ਿਟ ਜੈਂਡਰ ਦੇ ਲਈ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ। ਮੁੰਡੇ ਵੀ ਪਹਿਲਾਂ ਚਲੋ ਮਾਂ-ਬਾਪ ਦੀ ਔਲਾਦ ਹੁੰਦੇ ਆ, ਫਿਰ ਉਹ ਆਪਦੀ ਵਾਈਫ ਦੇ ਲਈ, ਹੈ ਨਾ, ਉਸ ਤੋਂ ਬਾਅਦ ਆਪਣੇ ਬੱਚਿਆਂ ਦੇ ਲਈ, ਉਹ ਵੀ ਐਵੇਂ ਜ਼ਿੰਦਗੀ ਜਿਉਂਕੇ ਚਲੇ ਜਾਂਦੇ ਨੇ, ਹੈ ਨਾ। ਮੈਨੂੰ ਜੋ ਰੰਗ ਚੰਗਾ ਲੱਗਦਾ ਵਾ ਮੈਂ ਉਹ ਪਾਵਾਂ ਨਾ, ਪਰ ਜੇ ਮੈਂ ਇਹੀ ਉਮੀਦ ਕਰੀ ਜਾਵਾਂ ਇਹ ਲੋਕਾਂ ਨੂੰ ਚੰਗਾ ਲੱਗੂਗਾ ਯਾਰ, ਇਹ ਜਦੋਂ ਮੈਂ ਘਰੋਂ ਬਾਹਰ ਪਾ ਕੇ ਨਿਕਲੂੰਗੀ ਕਿਸੇ ਨੂੰ ਚੰਗਾ ਲੱਗੂਗਾ। ਆਪਾਂ ਇਹ ਉਮੀਦ ਰੱਖਦੇ ਵੀ ਜਦੋਂ ਮੈਂ ਘਰ ਤੋਂ ਬਾਹਰ ਕੋਈ ਕੱਪੜਾ ਪਾ ਕੇ ਨਿਕਲਾਂ, ਕੋਈ ਰੰਗ ਪਾ ਕੇ ਨਿਕਲਾਂ, ਹੈ ਨਾ, ਜਾਂ ਮੈਂ ਇਸ ਤਰੀਕੇ ਦੇ ਨਾਲ ਵਾਲ ਵਾ ਕੇ ਨਿਕਲਾਂ ਤਾਂ ਲੋਕਾਂ ਨੂੰ ਚੰਗੇ ਲੱਗਣਗੇ। ਆਪਾਂ ਇਹ ਉਮੀਦ ਕਰਦੇ ਹਾਂ ਵੀ ਉਹ ਮੈਨੂੰ ਐਕਸੈਪਟ ਕਰਨ, ਹੈ ਨਾ। ਪਰ ਜੇ ਤੁਸੀਂ ਆਪਣੇ ਆਪ ਨੂੰ ਐਕਸੈਪਟ ਕਰ ਰਹੇ ਹੋ, ਤੁਹਾਨੂੰ ਜੋ ਚੰਗਾ ਲੱਗ ਰਿਹਾ ਜੇ ਉਹ ਤੁਸੀਂ ਪਾ ਰਹੇ ਹੋ ਤਾਂ ਦੂਜਿਆਂ ਨੂੰ ਵੀ ਲੱਗੂਗਾ, ਬਿਲਕੁਲ, ਹੈ ਨਾ। ਸੋ ਜੇ ਮੈਂ ਸੋਚੂੰਗੀ ਵੀ ਦੂਜਿਆਂ ਨੂੰ ਚੰਗਾ ਲੱਗੂਗਾ ਤਾਂ ਓਬਵੀਅਸਲੀ ਮੈਨੂੰ ਵੀ ਉਮੀਦ ਹੋਊਗੀ ਕਿ ਸਾਹਮਣੇ ਵਾਲਾ ਬੰਦਾ ਵੀ ਮੇਰੀ ਉਮੀਦ ਮੁਤਾਬਿਕ ਚੱਲੇ, ਹੈ ਨਾ। ਜਾਂ ਥੋੜ੍ਹੀ ਜਿਹੀ ਉਹਦੀ ਜ਼ਿੰਦਗੀ 'ਚ ਮੇਰੀ ਰਾਏ ਵੀ ਹੋਣੀ ਚਾਹੀਦੀ ਹੈ ਨਾ। ਤਾਂ ਮੈਨੂੰ ਲੱਗਦਾ ਜ਼ਿੰਦਗੀ 'ਚ ਕਿੰਨਾ ਹੀ ਕੁਛ ਆ, ਕਿੰਨਾ ਹੀ ਫਨ ਆ। ਜਿਵੇਂ ਹੁਣ ਆਪਣਾ ਜਿਹੜਾ ਪ੍ਰੋਫੈਸ਼ਨ ਆ, ਆਪਾਂ ਨੂੰ ਥੋੜ੍ਹਾ ਜਿਹਾ ਜਿਵੇਂ ਸਾਰੇ ਕਹਿ ਦਿੰਦੇ ਨੇ ਸਿਆਣੇ ਨੇ ਜਾਂ ਕੁਛ ਵੀ ਹੈ ਨਾ, ਕਈ ਵਾਰ ਘਰੇ ਮੇਰੇ ਭੈਣ ਭਰਾ ਹੱਸਦੇ ਹੁੰਦੇ ਨੇ ਜਾਂ ਸੋਨਪੀ ਕਈ ਵਾਰ ਹੱਸਦੇ ਹੁੰਦੇ ਨੇ ਕਿ ਵੀ ਜੇ ਤੇਰੇ ਵਿਊਅਰਸ ਆ ਦੇਖ ਲੈਣ
ਜਾਂ ਉਹ ਕਈ ਵਾਰ ਕਹਿਣਗੇ ਵੀ ਤੇਰੇ ਵੈਸੇ ਤੇਰੇ ਵਿਊਜ਼ ਤਾਂ ਨਹੀਂ ਤੇ ਤੂੰ ਆ ਉਮੀਦ ਰੱਖਦੇ ਹੋਣਗੇ ਹਨਾ। ਪਰ ਵਾਕਈ ਸਹੀ ਗੱਲ ਆ ਵੀ ਆਪਾਂ ਨਾ ਸਾਰਿਆਂ ਨੂੰ ਇੱਕ ਫਿਗਰ 'ਚ ਇੱਕ ਸਾਂਚੇ 'ਚ ਪਾ ਦਿੰਦੇ ਆ ਵੀ ਬਹੁਤ ਸਿਆਣਾ ਬੰਦਾ, ਮਤਲਬ ਇਹ ਕੋਈ ਝੱਲੀ ਗੱਲ ਨਹੀਂ ਕਰ ਸਕਦਾ ਨਾ, ਵੀ ਇਹ ਕਮਲ ਨਹੀਂ ਮਾਰ ਸਕਦਾ ਹੈਗਾ, ਇਹ ਕਿਸੇ ਉੱਚੀ ਥਾਂ ਤੋਂ ਥੱਲੇ ਛਾਲ ਨਹੀਂ ਮਾਰ ਸਕਦਾ ਹਨਾ। ਆਪਾਂ ਲੱਗਦਾ ਹੁੰਦਾ ਹੈ ਕਿ ਸਿਆਣਾ ਬੰਦਾ ਮਤਲਬ ਜ਼ਿੰਦਗੀ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਕਰੂਗਾ ਜਿਹਦੇ 'ਚ ਉਹਨੂੰ ਰਿਸਕ ਹੋ ਸਕਦਾ ਵਾ, ਜਾਂ ਜਿਹਦੇ 'ਚ ਉਹਦਾ ਨੁਕਸਾਨ ਹੋ ਸਕਦਾ ਵਾ, ਜਾਂ ਜਿਹਦੇ 'ਚ ਆਪਾਂ ਇਹ ਕਹਿ ਲਓ ਵੀ ਉਹ ਕੋਈ ਕੰਮ ਨਹੀਂ ਕਰੂਗਾ ਜਿਹਨੂੰ ਦੇਖਣ ਤੋਂ ਬਾਅਦ ਅਗਲਾ ਕਹੂਗਾ ਵੀ ਇਹ ਇੰਨੇ ਸਿਆਣੇ ਬੰਦੇ ਵੀ ਆਹ ਚੀਜ਼ ਕਰ ਸਕਦੇ ਨੇ, ਇਹਨਾਂ ਤੋਂ ਆਹ ਉਮੀਦ ਨਹੀਂ ਸੀਗੀ ਹਨਾ। ਮੈਂ ਨਾ ਕੱਲ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਇਹੀ ਗੱਲ ਹੋ ਰਹੀ ਸੀ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਹੁਣ ਥੋੜਾ ਜਿਹਾ ਲੋਕ ਜਿਵੇਂ ਜਦੋਂ ਜਾਣਨ ਲੱਗ ਜਾਂਦੇ ਆ ਤੁਹਾਨੂੰ ਹਨਾ, ਤਾਂ ਉਸ ਚੀਜ਼ ਦਾ ਤੁਹਾਡੀ ਜ਼ਿੰਦਗੀ ਤੇ ਕੀ ਫਰਕ ਪੈਂਦਾ। ਮੈਂ ਕਿਹਾ ਵੀ ਉਹਦਾ ਇਹੀ ਫਰਕ ਪੈਂਦਾ ਵੀ ਹੁਣ ਮਾੜਾ ਜਿਹਾ ਦੁਕਾਨ ਤੇ ਜਾਣ ਲੱਗੇ ਵੀ ਨਾ ਸੋਚਣਾ ਪੈਂਦਾ ਵੀ ਥੋੜੇ ਚੱਜ ਦੇ ਕੱਪੜੇ ਪਾ ਲਓ ਹਨਾ, ਜਾਂ ਮਤਲਬ ਜਿਵੇਂ ਸੋਸ਼ਲ ਮੀਡੀਆ ਪਲੇਟਫਾਰਮ ਆ ਉਹਦੇ ਤੇ ਕੁਝ ਲਿਖਣ ਲੱਗਿਆ, ਜਾਂ ਤੁਹਾਨੂੰ ਮਤਲਬ ਕਿਤੇ ਬਾਹਰ ਜਾਣ ਲੱਗੇ ਨਾ ਸੋਚਣਾ ਪੈਂਦਾ ਵੀ ਉੱਥੇ ਤੁਹਾਨੂੰ ਦੇਖ ਕੇ ਕੋਈ ਇਹ ਨਾ ਕਵੇ ਵੀ ਅੱਛਾ ਉਹੀ ਬੰਦਾ ਜਿਹੜਾ ਬਹੁਤ ਸਿਆਣੀਆਂ ਗੱਲਾਂ ਕਰਦਾ ਹੈ। ਸੱਚੀ ਅਸੀਂ ਥੋੜੇ ਦਿਨ ਪਹਿਲਾਂ ਨਾ ਸ਼ਾਮ ਨੂੰ ਉੱਦਾਂ ਹੀ ਕਹਿੰਦੇ ਵੀ ਚਲ ਆਪਾਂ ਕਿਤੇ ਬਾਹਰ ਚੱਲ ਕੇ ਆਉਂਦੇ ਹਾਂ ਹਨਾ। ਮੈਂ ਕਿਹਾ ਹਾਂਜੀ ਚਲੋ ਚਲੋ। ਅਸੀਂ ਘਰ ਵਾਲੇ ਕੱਪੜਿਆਂ 'ਚ ਹੀ ਬੈਠੇ ਸੀਗੇ, ਕਹਿੰਦੇ ਸੁੰਪੀ ਕਹਿੰਦੇ ਪਰ ਜਾਵਾਂਗੇ ਆਈ ਹਨਾ। ਮੈਂ ਕਿਹਾ ਹਾਂ ਜੀ ਤਾਂ ਮੇਰਾ ਵੀ ਆਈ ਜਾਣ ਨੂੰ ਕਰਦਾ ਵਾ ਵੀ, ਪਰ ਮੈਂ ਕਿਹਾ ਜੇ ਬਾਹਰ ਕਿਸੇ ਨੇ ਮਤਲਬ ਕੋਈ ਜਾਣ ਪਛਾਣ ਦਾ ਮਿਲ ਗਿਆ, ਕਹਿੰਦੇ ਫਿਰ ਕੀ ਹੋ ਗਿਆ। ਅਸਲ 'ਚ ਦਿਮਾਗ 'ਚ ਗੱਲ ਤਾਂ ਉਹ ਘੁੰਮਦੀ ਸੀਗੀ ਵੀ ਲੋਕੀ ਤੁਹਾਨੂੰ ਸਕਰੀਨ ਤੇ ਜੋ ਦੇਖਦੇ ਨੇ ਉਹ ਆਪਣੀ ਮੈਂਟੈਲਿਟੀ ਉਵੇਂ ਦੀ ਉਹ ਸੈੱਟ ਕਰ ਲੈਂਦੇ ਨੇ ਵੀ ਸ਼ਾਇਦ ਇਹ ਮਤਲਬ 24 ਘੰਟੇ ਇੱਦਾਂ ਹੀ ਮਤਲਬ ਸੂਟ ਸਲਵਾਰ 'ਚ ਜਾਂ ਐਵੇਂ ਹੀ ਰਹਿੰਦੇ ਹੋਣਗੇ ਹਨਾ। ਬਹੁਤ ਸਾਰੀਆਂ ਚੀਜ਼ਾਂ ਵੀ ਨਹੀਂ ਯਾਰ ਤੁਹਾਡੇ ਤੋਂ ਉਹ ਉਮੀਦ ਨਹੀਂ ਕਰ ਰਹੇ ਹੈਗੇ, ਤੁਹਾਡੇ ਤੋਂ ਉਹੀ ਉਮੀਦ ਕਰਦੇ ਨੇ ਜੋ ਉਹਨਾਂ ਨੇ ਤੁਹਾਨੂੰ ਸਕਰੀਨ ਤੇ ਦੇਖਿਆ ਹੋਇਆ ਹਨਾ। ਵਾਕਈ ਉਹ ਤੁਹਾਡੀ ਸੱਚੀ ਨਿੱਜੀ ਜ਼ਿੰਦਗੀ ਤੇ ਬਹੁਤ ਅਸਰ ਪਾਉਂਦੀਆਂ ਨੇ ਚੀਜ਼ਾਂ। ਕਿਉਂਕਿ ਅਸੀਂ ਗੁਰਦੀਪ ਜਿਵੇਂ ਹੁਣ ਆਪਾਂ ਮਤਲਬ ਦੂਜੇ ਨੂੰ ਸੇਧ ਦੇਣ ਲਈ ਇੱਕ ਸਿਆਣਪ ਵਾਲੀ ਗੱਲ ਕਰ ਸਕਦੇ ਹਾਂ ਨਾ, ਪਰ ਆਪਾਂ ਕਦੀ ਉਸ ਬੰਦੇ ਦੀ ਵੀ ਆਲੋਚਨਾ ਨਹੀਂ ਕਰਾਂਗੇ ਵੀ ਜਿਹਤੋਂ ਜ਼ਿੰਦਗੀ 'ਚ 2-4 ਗਲਤੀਆਂ ਹੋਈਆਂ ਨੇ ਹਨਾ। ਜੇ ਤੁਹਾਡੇ ਅੰਦਰ ਸਿਆਣਪ ਹੈ ਹਨਾ, ਕਿਸੇ ਵੀ ਬੰਦੇ ਦੇ ਅੰਦਰ ਇੱਕ ਰੰਗ ਤਾਂ ਹੁੰਦਾ ਨਹੀਂ, ਸਾਰੇ ਤਰ੍ਹਾਂ ਦੇ ਹੁੰਦੇ ਆ। ਜੇ ਉਹਦੇ ਅੰਦਰ ਸਿਆਣਪ ਆ ਤਾਂ ਕਮਲ ਹੋਣਾ ਵੀ ਜ਼ਰੂਰੀ ਆ ਹਨਾ। ਤੁਹਾਡੇ ਸਿਆਣਪ ਤੁਹਾਡੀ ਜ਼ਿੰਦਗੀ ਨੂੰ ਅੱਗੇ ਵਧਣ ਲਈ ਜ਼ਰੂਰੀ ਆ, ਪਰ ਕਮਲ ਤੁਹਾਡੇ ਸਰੀਰ ਨੂੰ ਪੋਜ਼ਿਟਿਵ ਰੱਖਣ ਲਈ ਜ਼ਰੂਰੀ ਆ ਹਨਾ। ਜਿਵੇਂ ਮੈਂ ਇਹੀ ਚੀਜ਼ ਆਪਾਂ ਕਹਿੰਦੇ ਹੁੰਦੇ ਆ ਕਿ ਜਿਹੜੇ ਬਹੁਤ ਮਸ਼ਹੂਰ ਲੋਕ ਨੇ ਹਨਾ, ਜਾਂ ਜਿਹੜੇ ਬਹੁਤ ਵੱਡੇ ਲੋਕ ਹੁੰਦੇ ਆ, ਉਹ ਕਈ ਵਾਰੀ ਛੋਟੀ ਜਿਹੀ ਚੀਜ਼ ਨੂੰ ਕਿਉਂ ਨਹੀਂ ਬਰਦਾਸ਼ਤ ਕਰ ਸਕਦੇ, ਕਿਉਂਕਿ ਉਹਨਾਂ ਨੂੰ ਤੁਸੀਂ ਆਦਤ ਪਾਉਂਦੇ ਹੋ ਨਾ, ਉਹਨਾਂ ਨੂੰ ਆਦਤ ਪਾਉਂਦੇ ਹੋ, ਹਮੇਸ਼ਾ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਬਹੁਤ ਵੱਡੇ ਹੋ, ਲੋਕ ਤੁਹਾਨੂੰ ਬਹੁਤ ਫੋਲੋ ਕਰਦੇ ਆ ਹਨਾ। ਤੇ ਬਹੁਤ ਵੱਡੇ ਵੱਡੇ ਲੋਕ ਕਿੰਨੇ ਪ੍ਰੈਸ਼ਰ 'ਚ ਹੁੰਦੇ ਆ ਕਿ ਆਪਾਂ ਨੂੰ ਚਾਹੇ 4 ਲੋਕ ਹੀ ਜਾਣਦੇ ਆ ਇਸ ਵਕਤ ਹਨਾ, ਆਪਾਂ ਤਾਂ ਉਹਨਾਂ ਦੇ ਮੁਕਾਬਲੇ ਕੁਛ ਵੀ ਨਹੀਂ, ਪਰ ਉਹ ਕਿੰਨੇ ਤੰਗ ਹੋਣਗੇ ਵੀ ਜਿਹੜੇ ਇੱਕ ਮਨਪਸੰਦ ਥਾਂ ਤੇ ਜਾ ਕੇ ਖਾ ਵੀ ਨਹੀਂ ਸਕਦੇ ਹਨਾ, ਮਨਪਸੰਦ ਬੰਦੇ ਨਾਲ ਘੁੰਮ ਨਹੀਂ ਸਕਦੇ, ਕਿਉਂਕਿ ਦੂਜੇ ਦਿਨ ਹੀ ਖਬਰਾਂ ਬਣ ਜਾਂਦੀਆਂ ਉਸ ਚੀਜ਼ ਦੀਆਂ ਨਾ। ਤੇ ਫਿਰ ਲੋਕ ਇਹੀ ਲਿਖ ਦਿੰਦੇ ਵੀ ਇਸ ਬੰਦੇ ਤੋਂ ਤਾਂ ਭੋਰਾ ਉਮੀਦ ਨਹੀਂ ਸੀਗੀ ਵੀ ਇਹੋ ਜਿਹਾ ਹੋਊਗਾ ਨਾ। ਤੇ ਉਹ ਚੀਜ਼ ਮੈਨੂੰ ਲੱਗਦਾ ਕਿ ਅਸੀਂ ਕਿਸੇ ਤੋਂ ਉਮੀਦਾਂ ਰੱਖਦੇ ਹੀ ਕਿਉਂ ਆ ਕਿ ਉਹਨੂੰ ਉਹਦੀ ਜ਼ਿੰਦਗੀ 'ਚ ਅਸੀਂ ਬੰਨ ਕੇ ਹੀ ਧਰ ਦਿੰਦੇ ਹਾਂ ਹਨਾ। ਜੇ ਹੁਣ ਮੈਨੂੰ ਤੁਹਾਡੀ ਕੋਈ ਸਲਾਹ ਬਹੁਤ ਚੰਗੀ ਲੱਗਦੀ ਆ ਨਾ, ਪਰ ਇੱਕ ਵਕਤ ਤੇ ਮੈਂ ਤੁਹਾਨੂੰ ਇਹ ਦੇਖ ਲਾਂ ਵੀ ਗੁਰਦੀਪ ਉਸ ਸਲਾਹ ਤੋਂ ਬਿਲਕੁਲ ਉਲਟੀ ਮਤਲਬ ਹਾਸਾ ਠੱਠਾ ਕਰ ਰਹੀ ਆ ਜਾਂ ਫਲਾਣਿਆਂ ਨੂੰ ਮਿਲ ਰਹੀ ਆ, ਤਾਂ ਮੈਨੂੰ ਐ ਨਹੀਂ ਹੋਣਾ ਚਾਹੀਦਾ ਵੀ ਜੋ ਤੁਸੀਂ ਮੈਨੂੰ ਦਿੱਤਾ ਸੀ ਇੱਕ ਦਿਨ ਉਹ ਸਾਰਾ ਖਤਮ ਸੀਗਾ ਜਾਂ ਉਹ ਸਾਰਾ ਕੁਝ ਝੂਠ ਸੀ। ਨਹੀਂ, ਐਵੇਂ ਨਹੀਂ ਹੁੰਦਾ। ਹਰੇਕ ਬੰਦਾ ਆਪਣੀ ਸਿਚੁਏਸ਼ਨ ਮੁਤਾਬਕ ਰਿਐਕਟ ਕਰ ਸਕਦਾ। ਜੇ ਹੁਣ ਆਪਾਂ ਇੱਥੇ ਬਹਿ ਕੇ ਸੰਜੀਦਾ ਗੱਲਾਂ ਕਰ ਰਹੇ ਹਾਂ, ਤੁਸੀਂ ਉਹਦੇ ਤੇ ਹੱਸੀ ਜਾਓ, ਫਿਰ ਮੈਂ ਤੁਹਾਨੂੰ ਕਹੂੰਗੀ ਵੀ ਗੁਰਦੀਪ ਆਹ ਗੱਲ ਨਹੀਂ ਚੰਗੀ ਲੱਗਦੀ ਨਾ। ਪਰ ਜੇ ਹੁਣ ਜਿੱਥੇ ਸਾਰੇ ਹੱਸ ਰਹੇ ਨੇ ਮੈਂ ਕਹਾਂ ਵੀ ਗੁਰਦੀਪ ਤੂੰ ਤਾਂ ਸਕਰੀਨ ਤੇ ਇੰਨੀਆਂ ਸੋਹਣੀਆਂ ਗੱਲਾਂ ਕਰਦੀ ਹੈ ਤੇ ਇੱਥੇ ਤੂੰ ਕਿਉਂ ਹੱਸ ਰਹੀ ਹੈ, ਫਿਰ ਮੈਨੂੰ ਲੱਗਦਾ ਵੀ ਉੱਥੇ ਮੈਨੂੰ ਸੋਚਣਾ ਚਾਹੀਦਾ ਵੀ ਯਾਰ ਮੈਂ ਇਹਨੂੰ ਬੰਨ ਰਹੀ ਹਾਂ ਨਾ। ਨਹੀਂ ਐਵੇਂ ਹੁੰਦਾ ਭੈਣੇ, ਹੁਣ ਦੇਖੋ ਇਹ ਇੱਕ ਪ੍ਰੋਗਰਾਮ ਆ, ਇੱਕ ਸਟਰਕਚਰ ਆ ਜਿਹਦੇ ਵਿੱਚ ਆਪਾਂ ਬੈਠ ਕੇ ਗੱਲਾਂ ਬਾਤਾਂ ਕਰ ਰਹੇ ਹਾਂ ਹਨਾ। ਇਹਦੇ 'ਚ ਜੇ ਆਪਾਂ ਹੱਸਾਂਗੇ ਵੀ ਹਨਾ ਤਾਂ ਆਪਾਂ ਇੱਕ ਸਲੀਕੇ ਨਾਲ ਗੱਲ ਕਰਕੇ ਫਿਰ ਹੱਸਾਂਗੇ। ਤਾਂ ਆਪਣੇ ਨਾ ਇੱਕ ਬਹੁਤ ਵੱਡੇ ਆਰਟਿਸਟ ਨੇਗੇ ਵੀ, ਉਹਨਾਂ ਦੇ ਪਬਲਿਕਲੀ ਗੁੱਸੇ ਹੋਣ ਤੇ ਬਹੁਤ ਵੱਡਾ ਹੰਗਾਮਾ ਹੋਇਆ ਸੀ। ਜਾਂ ਰੀਸੈਂਟ ਆਸਕਰ ਦੇ ਵਿੱਚ ਜਦੋਂ ਇੱਕ ਆਰਟਿਸਟ ਨੇ ਵਿਲ ਸਮਿਥ ਉਹਨਾਂ ਨੇ ਐਂਕਰ ਤੇ ਜਾਂ ਜੋ ਵੀ ਪੇਸ਼ ਕਰ ਰਹੇ ਸੀ ਉਹਨਾਂ ਦੇ ਜਾ ਕੇ ਥੱਪੜ ਮਾਰਿਆ, ਤਾਂ ਉਸ ਗੱਲ ਤੇ ਬਹੁਤ ਵੱਡਾ ਰਿਐਕਸ਼ਨ ਆਇਆ। ਪਰ ਮੈਨੂੰ ਉਹ ਚੀਜ਼ ਬਹੁਤ ਨੋਰਮਲ ਲੱਗੀ। ਜੇ ਕੋਈ ਬਹੁਤ ਵੱਡਾ ਐਕਟਰ ਆ ਜਾਂ ਕੋਈ ਬਹੁਤ ਵੱਡਾ ਅਦਾਕਾਰ ਆ, ਆਪਣੇ ਆਪ 'ਚ ਆਪਦੇ ਕੰਮ ਨੂੰ ਲੈ ਕੇ ਬਹੁਤ ਵੱਡਾ ਵਾ, ਉਹ ਕੀ ਉਹਨੂੰ ਗੁੱਸਾ ਨਹੀਂ ਆ ਸਕਦਾ ਹੈ ਨਾ। ਜਾਂ ਕਈ ਵਾਰੀ ਮੈਂ ਨਾ ਸੋਚਦੀ, ਇੱਕ ਵਾਰੀ ਥੋੜ੍ਹੇ ਕੁ ਮਹੀਨੇ ਪਹਿਲਾਂ ਤੁਹਾਨੂੰ ਵੀ ਪਤਾ ਵੀ ਟੋਲ ਪਲਾਜ਼ਾ 'ਤੇ ਮੇਰੀ ਮਾੜੀ ਮੋਟੀ ਬਹਿਸ ਹੋਈ ਹੈ ਨਾ। ਜਦੋਂ ਮੈਂ ਉੱਥੋਂ ਨਿਕਲੀ ਮੈਂ ਕਿਹਾ ਇਹ ਜੀ ਬੰਦੇ ਮੈਨੂੰ ਜਾਣਦੇ ਹੋ, ਜੀ ਮੇਰਾ ਪ੍ਰੋਗਰਾਮ ਦੇਖਦੇ ਹੋਏ ਉਹਨਾਂ ਨੇ ਤਾਂ ਕਹਿਣਾ ਮਤਲਬ ਉੱਥੇ
ਤੇ ਐਂ ਬਣ ਕੇ ਬਹਿੰਦੇ ਆ ਵੀ ਇੱਥੇ ਮਤਲਬ ਇਹ ਕਿੰਨਾ ਲੜ ਕੇ ਗਏ ਨੇ ਹੈ ਨਾ। ਕੁਛ ਚੀਜ਼ਾਂ ਨੇ ਕਿ ਜਿਹੜੀਆਂ ਤੁਹਾਨੂੰ ਫਿਰ ਮੈਂਟਲੀ ਪ੍ਰੈਸ਼ਰ ਕਰਦੀਆਂ ਨੇ, ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਜੇ ਇੱਥੇ ਅਸੀਂ ਗੁੱਸਾ ਨਹੀਂ ਦਿਖਾ ਰਹੇ ਹੈਗੇ, ਆਪਾਂ ਤਾਂ ਚਲੋ ਆਪਣੀ ਉਹਦਾ ਉਦਾਹਰਣ ਦੇ ਕੇ ਗੱਲ ਕਰਦੇ ਹਾਂ, ਆਪਾਂ ਕਿਸੇ ਨੂੰ ਵੀ ਖਾਸ ਤੌਰ 'ਤੇ ਕਲਾਕਾਰਾਂ ਨੂੰ ਵੀ ਆਪਾਂ ਬੜਾ ਇਸ ਚੀਜ਼ 'ਚ ਉਹ ਕਰਦੇ ਟਾਰਗੇਟ ਕਰਦੇ ਹੁੰਦੇ ਆ ਵੀ ਨਹੀਂ ਤੁਸੀਂ ਪਬਲਿਕ ਫਿਗਰ ਹੋ, ਤੁਹਾਨੂੰ ਤੁਹਾਡੇ ਅਲਫਾਜ਼ਾਂ 'ਤੇ ਜ਼ਰੂਰ ਕੰਟਰੋਲ ਹੋਣਾ ਚਾਹੀਦਾ ਵਾ। ਪਰ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਇੱਕ ਕਲਾਕਾਰ ਹੋਣ ਦੇ ਨਾਲ ਤੁਹਾਨੂੰ ਗੁੱਸਾ ਨਹੀਂ ਆ ਸਕਦਾ ਹੈਗਾ ਹੈ ਨਾ। ਹਰ ਇੱਕ ਬੰਦੇ ਦੇ ਅੰਦਰ ਉਹੀ ਇਮੋਸ਼ਨਸ ਹੁੰਦੇ ਨੇਗੇ, ਪਰ ਅਸੀਂ ਕੀ ਆ, ਅਸੀਂ ਆਪਦੀਆਂ ਉਮੀਦਾਂ ਬਹੁਤ ਵੱਡੀਆਂ ਕਰ ਲੈਂਦੇ ਉਹਦੇ ਤੋਂ। ਅਸੀਂ ਜਿਹੜੇ ਉਹਨਾਂ ਦੇ ਫਿਲਮਾਂ 'ਚ ਨਿਭਾਏ ਗਏ, ਗੀਤਾਂ 'ਚ ਨਿਭਾਏ ਗਏ ਕਿਰਦਾਰ ਹੁੰਦੇ ਨੇਗੇ, ਉਹਨਾਂ ਨੂੰ ਆਪਣੇ ਆਪ 'ਤੇ ਇੰਨਾ ਹਾਵੀ ਕਰ ਲੈਂਦੇ, ਆਪਾਂ ਨੂੰ ਲੱਗਦਾ ਹੁੰਦਾ ਕਿ ਜੋ ਇਹ ਬੰਦਾ ਗੀਤਾਂ 'ਚ ਫਿਲਮਾਂ 'ਚ ਦਿਸ ਰਿਹਾ ਇਹ ਅਸਲ ਜ਼ਿੰਦਗੀ 'ਚ ਵੀ ਇੱਦਾਂ ਹੀ ਹੋਣਾ ਚਾਹੀਦਾ। ਜਿਵੇਂ ਫਿਲਮਾਂ ਦੇ ਵਿੱਚ ਹਰ ਇੱਕ ਔਖੀ ਤੋਂ ਔਖੀ ਸਿਚੁਏਸ਼ਨ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਟੈਕਲ ਕਰ ਲੈਂਦਾ ਆ, ਤਾਂ ਇਹ ਅਸਲ ਜ਼ਿੰਦਗੀ 'ਚ ਵੀ ਇਹਨੂੰ ਇੱਦਾਂ ਹੀ ਹੋਣਾ ਚਾਹੀਦਾ ਵਾ। ਨਹੀਂ ਇਹਦੇ ਅਦਾਕਾਰ ਹੋਣ ਦਾ ਕੀ ਫਾਇਦਾ, ਫਿਰ ਤਾਂ ਮਤਲਬ ਇਹ ਸਕਰੀਨ 'ਤੇ ਝੂਠ ਬੋਲ ਰਿਹਾ। ਪਰ ਜੋ ਕਿਰਦਾਰ ਉੱਥੇ ਨਿਭਾ ਰਿਹਾ, ਚਾਹੇ ਉਹ ਸਿਆਣਪ ਵਾਲਾ, ਚਾਹੇ ਉਹ ਕ੍ਰਿਮੀਨਲ ਦਾ ਵਾ, ਚਾਹੇ ਉਹ ਕੋਈ ਝੱਲਾ ਕਿਰਦਾਰ ਆ, ਜੋ ਵੀ ਕਿਰਦਾਰ ਆ ABCD ਹੈ ਨਾ, ਉਹ ਕਿਰਦਾਰ ਕਿਸੇ ਨੇ ਉਹਦੇ ਲਈ ਘੜਿਆ, ਉਹਦੇ ਲਈ ਲਿਖਿਆ, ਉਹਨੇ ਸਿਰਫ ਉਹ ਪਰਫਾਰਮ ਕੀਤਾ ਆ। ਹੌਲੀ ਹੌਲੀ ਆਪਦੇ ਕੰਮ ਦੇ ਨਾਲ ਜਿਵੇਂ ਜਿਵੇਂ ਬੰਦਾ ਆਪਦੇ ਕੰਮ 'ਚ ਡੀਪ ਹੁੰਦਾ ਜਾਂਦਾ ਵਾ, ਤੁਹਾਡੇ ਕੰਮ 'ਚ ਬਹੁਤ ਸਿਆਣਪ ਆਉਂਦੀ ਜਾਂਦੀ ਆ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜੀ ਤੁਹਾਡੀ ਅਸਲ ਤੁਹਾਡੀ ਆਪਾਂ ਕਹਿ ਸਕਦੇ ਨੇਚਰ ਆ, ਤੁਹਾਡਾ ਅਸਲ ਸੁਭਾਅ ਆ, ਉਹਨਾਂ ਚੀਜ਼ਾਂ ਨੂੰ ਤਾਂ ਨਹੀਂ ਬਦਲਦੀ ਹੈਗੀ। ਤੁਸੀਂ ਜਿਵੇਂ ਹੁਣ ਮੈਂ ਸੱਚੀ ਕਹਿੰਦੀ ਹਾਂ, ਮੇਰੇ ਕੰਮ ਕਰਨ ਦਾ ਜੇ ਤੁਸੀਂ ਕੋਈ ਮੇਰੀ 2013 ਦੀ ਇੰਟਰਵਿਊ ਕੱਢ ਕੇ ਸੁਣੋ ਹੈ ਨਾ, ਅਤੇ ਅੱਜ ਵਾਲੀ ਇੰਟਰਵਿਊ ਕੱਢ ਕੇ ਸੁਣੋ, ਮੈਂ ਆਪ ਨਹੀਂ ਸੁਣ ਸਕਦੀ। ਤੁਹਾਨੂੰ ਪਤਾ, ਮੈਨੂੰ ਐਂ ਲੱਗਦਾ ਹਾਏ ਆ ਮੈਂ ਕੀ ਬੋਲੇ ਉਦੋਂ, ਆਹ ਮੈਂ ਕਿਵੇਂ ਪੇਸ਼ ਕੀਤਾ ਅਗਲੇ ਨੂੰ, ਆਹ ਮੈਂ ਕੀ ਸਵਾਲ ਕੀਤਾ ਨਾ। ਤਾਂ ਮੈਨੂੰ ਲੱਗਦਾ ਸਿਆਣਪ ਹੌਲੀ ਹੌਲੀ ਤਜਰਬੇ ਨਾਲ ਤੁਹਾਡੇ ਕੰਮ 'ਚ ਆਉਂਦੀ ਜਾਂਦੀ ਆ। ਪਰ ਜੇ ਮੈਂ ਇਹ ਕਹਿ ਦੇਵਾਂ ਵਾ ਵੀ ਮੈਂ ਟਾਈਮ ਦੇ ਨਾਲ ਜਾਂ ਮੈਂ ਆਪਦੇ ਪ੍ਰੋਫੈਸ਼ਨ ਦੇ ਅਕੋਰਡਿੰਗ ਮੈਂ ਆਪਦਾ ਸੁਭਾਅ ਵੀ ਬਦਲ ਲਿਆ, ਮੈਂ ਆਪਦੀਆਂ ਸ਼ਰਾਰਤਾਂ ਵੀ ਬਦਲ ਲਈਆਂ, ਥੋੜ੍ਹੇ ਕੁ ਟਾਈਮ ਲਈ ਮੇਰੇ 'ਤੇ ਪ੍ਰਭਾਵ ਹੋਇਆ, ਜਿਹਨੂੰ ਦੇਖ ਕੇ ਮੇਰੀ ਭੈਣ ਬਹੁਤ ਅਪਸੈਟ ਹੋ ਗਈ ਸੀ। ਉਹਨੂੰ ਇਹ ਲੱਗਦਾ ਸੀ ਵੀ ਮੈਂ ਡਿਪਰੈਸ਼ਨ 'ਚ ਉਹਨੂੰ ਇਹ ਲੱਗਦਾ ਸੀਗਾ ਵੀ ਮੈਨੂੰ ਉਹਦਾ ਪ੍ਰੋਫੈਸ਼ਨ ਹੀ ਚੇਂਜ ਕਰ ਲੈਣਾ ਚਾਹੀਦਾ, ਜਿਹੜਾ ਕਿ ਤੁਹਾਨੂੰ ਇਹ ਵੀ ਨਹੀਂ ਮਹਿਸੂਸ ਕਰਨ ਦੇ ਰਿਹਾ ਹੈਗਾ ਕਿ ਤੁਸੀਂ ਖੁੱਲ੍ਹ ਕੇ ਲੋਕਾਂ 'ਚ ਵਿਚਰ ਸਕਦੇ ਹੋ, ਤੁਸੀਂ ਕੋਈ ਸ਼ਰਾਰਤ ਕਰ ਸਕਦੇ ਹੋ, ਜਾਂ ਤੁਸੀਂ ਘਰੇ ਹੱਸ ਸਕਦੇ ਹੋ, ਜਾਂ ਤੁਸੀਂ TV ਦੇ ਨਾਲੋਂ ਆਪਦੇ ਘਰੇ ਜੇ ਕਿਤੇ ਕਿਸੇ ਨੂੰ ਉੱਦਾਂ ਮਿਲਣਾ, ਤੁਸੀਂ ਇਹਦੇ ਨਾਲੋਂ ਅਲੱਗਾ ਤਿਆਰ ਹੋ ਸਕਦੇ ਹੋ ਹੈ ਨਾ। ਆਪਾਂ ਬਹੁਤ ਵਾਰ ਸੱਚੀ ਇਹੀ ਹੁੰਦਾ ਵਾ ਵੀ ਲੋਕੀ ਮੈਨੂੰ ਕੀ ਕਹਿਣਗੇ ਹੈ ਨਾ, ਵੀ ਇਹਦੇ ਤੋਂ ਆਹ ਉਮੀਦ ਨਹੀਂ ਸੀ। ਅਸੀਂ ਆਪਦੇ ਆਪ ਨੂੰ ਉਵੇਂ ਹੀ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਿਹੜੇ ਇੱਕ ਬੈਸਟ ਫਰੇਮ 'ਚ ਉਹਨਾਂ ਨੇ ਸਾਨੂੰ ਐਕਸੈਪਟ ਕੀਤਾ ਹੁੰਦਾ ਆ। ਬਿਲਕੁਲ ਗੁਰਦੀਪ, ਜਿਵੇਂ ਆਪਾਂ ਥੋੜੇ ਜਿਹੇ ਦਿਨ ਪਹਿਲਾਂ ਨਾ ਇੱਕ ਗੱਲ ਕਰ ਰਹੇ ਸੀਗੇ, ਆਪਾਂ ਗੱਲ ਕਰ ਰਹੇ ਸੀ ਕਿ ਨਿਲੇਸ਼ ਮਿਸ਼ਰਾ ਉਹਨਾਂ ਨੇ ਆਪਣੀ ਹੈ ਨਾ ਕੁੜੀ ਨੂੰ ਇੱਕ ਸਕੂਲ 'ਚੋਂ ਹਟਾਇਆ, ਤੇ ਉਹ 'ਚੋਂ ਰੀਜ਼ਨ ਕਿੱਡਾ ਵੱਡਾ ਦਿੰਦੇ ਕਿ ਤੁਸੀਂ ਇੱਕ ਬੱਚੇ ਨੂੰ ਬਾਕਸ ਕਰ ਰਹੇ ਹੋ ਹੈ ਨਾ। ਹਾਂਜੀ, ਮੈਨੂੰ ਮੈਨੂੰ ਲੱਗਦਾ ਜਦੋਂ ਅਸੀਂ ਕਿਸੇ ਤੇ ਹਦਾਇਤ ਲਾਉਂਦੇ ਹਾਂ ਹੈ ਨਾ, ਜਾਂ ਅਸੀਂ ਉਹਨੂੰ ਕਹਿੰਦੇ ਹਾਂ, ਮਤਲਬ ਜਿਵੇਂ ਆਪਾਂ ਵੀ ਅਕਸਰ ਗੱਲ ਕਰਦੇ ਹਾਂ ਨਾ ਕਿ ਜਦੋਂ ਆਪਾਂ ਪਬਲਿਕਲੀ ਕਿਤੇ ਵੀ ਮਤਲਬ ਹੈ ਨਾ ਵਰਤਾਓ ਕਰਦੇ ਹਾਂ, ਤਾਂ ਆਪਾਂ ਨੂੰ ਉੱਥੇ ਸੋਚਣਾ ਚਾਹੀਦਾ ਕਿ ਅਸੀਂ ਕਿਸ ਪਰਿਵਾਰ 'ਚੋਂ ਹਾਂ, ਅਸੀਂ ਕਿਸ ਖਾਨਦਾਨ 'ਚੋਂ ਆਏ ਹਾਂ, ਜਾਂ ਮਤਲਬ ਸਾਡਾ ਨਾਂ ਕਿਹਨਾਂ ਨਾਲ ਜੁੜਦਾ ਹੈ ਨਾ। ਤੇ ਪਰ ਇਹ ਵੀ ਨਹੀਂ ਹੈਗਾ ਵੀ ਜੇ ਉਹੀ ਬਿਹੇਵੀਅਰ ਲੈ ਕੇ ਤੁਸੀਂ ਘਰੇ ਵੀ ਆ ਜਾਓਗੇ ਤਾਂ ਘਰ ਦੇ ਤੁਹਾਨੂੰ ਉਸੇ ਟਾਈਮ ਕਹਿਣ ਲੱਗ ਜਾਂਦੇ ਵੀ ਕਿ ਆਹ ਕੀ ਤੂੰ ਬੁੱਢਿਆਂ ਜਿਹੀਆਂ ਵਰਗੀਆਂ ਗੱਲਾਂ ਕਰੀ ਜਾਂਦੀ ਹੈ ਨਾ, ਆਹ ਤੂੰ ਕੀ ਹੱਦੋਂ ਵੱਧ ਸਿਆਣੀਆਂ ਜਿਹੀਆਂ ਗੱਲਾਂ ਕਰੀ ਜਾਂਦੀ ਆ। ਮੰਨ ਲਓ ਕਿ ਇਹ ਚੀਜ਼ ਨਾ ਅਕਸਰ ਆਪਾਂ ਲਿਖਣ ਵਾਲਿਆਂ ਤੇ ਬਹੁਤ ਜ਼ਿਆਦਾ ਲਾਉਂਦੇ ਹਾਂ ਨਾ। ਜਿਵੇਂ ਤੁਸੀਂ ਕਿਸੇ ਨੂੰ ਪੁੱਛੋਗੇ ਫਲਾਣਾ ਲਿਖਣ ਵਾਲਾ ਤੈਨੂੰ ਬਹੁਤ ਪਸੰਦ ਆ ਤੇ ਤੈਨੂੰ ਉਹਨੂੰ ਮਿਲ ਕੇ ਕਿਵੇਂ ਲੱਗਿਆ, ਉਹ ਕਹੂਗਾ ਵੀ ਉਹ ਬਿਲਕੁਲ ਆਪੋਜਿਟ ਆ ਹੈ ਨਾ। ਹੁਣ ਉਹ ਲਿਖਣ ਵੇਲੇ ਲੇਖਕ ਆ ਨਾ, ਹੁਣ ਘਰੇ ਰਹਿਣ ਵੇਲੇ ਜਿਵੇਂ ਮੈਂ ਮੰਨ ਲਓ ਮੈਂ ਜੇ ਕਹਾਣੀਆਂ ਲਿਖਾਂ ਤਾਂ ਮੈਂ ਕਹਾਣੀਆਂ ਲਿਖਣ ਵੇਲੇ ਰੁਪਿੰਦਰ ਹਾਂ ਨਾ। ਘਰਦਿਆਂ ਲਈ ਤਾਂ ਮੈਂ ਉਹੀ ਇੱਕ ਆਮ ਬੰਦਾ, ਮੈਂ ਕਿਸੇ ਦੀ ਵਾਈਫ ਹਾਂ, ਕਿਸੇ ਦੀ ਮਾਂ, ਉਹ ਵੀ ਮੈਨੂੰ ਝਿੜਕ ਸਕਦਾ, ਉਹ ਵੀ ਮੈਨੂੰ ਅੱਗੋਂ ਬੋਲ ਸਕਦਾ ਤੇ ਮੈਂ ਵੀ ਉਹਨੂੰ ਬੋਲ ਸਕਦੀ ਹਾਂ ਨਾ। ਉੱਥੇ ਤੁਸੀਂ ਮੈਨੂੰ ਇੱਕ ਨਾਰਮਲ ਹਿਊਮਨ ਬੀਇੰਗ ਦੇਖੋ ਕਿ ਹਾਂ ਇੱਕ ਮਾਂ ਆਪਣੇ ਬੱਚਿਆਂ ਤੇ ਗੁੱਸਾ ਕਰ ਰਹੀ ਹੈ, ਜਾਂ ਫਿਰ ਇੱਕ ਪਤਨੀ ਆਪਣੇ ਪਤੀ ਨਾਲ ਲੜ ਰਹੀ ਹੈ ਨਾ। ਤੇ ਜਾਂ ਆਪਾਂ ਜਿਵੇਂ ਦੋਵੇਂ ਸਹੇਲੀਆਂ, ਤੁਸੀਂ ਉੱਥੇ ਇੱਦਾਂ ਨਹੀਂ ਕਹਿ ਸਕਦੇ ਭੈਣੇ ਤੁਸੀਂ ਤਾਂ ਅਖਬਾਰ 'ਚ ਇਹੋ ਜਿਹੀ ਕਹਾਣੀ ਲਿਖੀ ਹੈ ਤੇ ਤੁਸੀਂ ਮੇਰੇ ਨਾਲ ਲੜੀ ਜਾਂਦੇ ਹੋ ਨਾ। ਤੁਸੀਂ ਉੱਥੇ ਇਹੀ ਸੋਚੋਗੇ ਕਿ ਮੇਰੀ ਇੱਕ ਦੋਸਤ ਮੇਰੇ ਨਾਲ ਲੜ ਰਹੀ ਹੈ ਨਾ। ਤਾਂ ਮੈਨੂੰ ਲੱਗਦਾ ਕਿਸੇ ਦਾ ਵੀ ਕੋਈ ਰਿਐਕਸ਼ਨ ਉਹਨੂੰ ਸਿਚੁਏਸ਼ਨ ਦੇ ਹਿਸਾਬ ਨਾਲ ਦੇਖੋ। ਇਹ ਨਾ ਦੇਖੋ ਵੀ ਜੇ ਤੈਨੂੰ ਤਾਂ ਮੈਂ ਇਸੇ ਸਾਂਚੇ 'ਚ ਫਿੱਟ ਕੀਤਾ ਸੀ, ਬਾਕਸ ਕੀਤਾ ਸੀ, ਤੇ ਤੂੰ ਇਸ ਤੋਂ ਬਾਹਰ ਕਿਵੇਂ ਆ ਗਿਆ ਹੈ ਨਾ। ਹੁਣ ਮੈਂ ਹੀ ਹਾਂ ਗੁਰਦੀਪ, ਉਮਰ ਤੋਂ ਵੱਧ ਜ਼ਿਆਦਾ ਸਿਆਣੇ ਹੋ ਜਾਣਾ ਬਹੁਤ ਖਤਰਨਾਕ ਹੁੰਦਾ, ਬਹੁਤ ਖਤਰਨਾਕ ਆ। ਸੱਚੀ ਇਹ ਗੱਲ ਹੈਗੀ ਆ। ਜਦੋਂ ਤੁਸੀਂ ਬੋਲਣਾ ਵੀ ਸੋਚ ਕੇ ਆ, ਤੁਸੀਂ ਹੱਸਣਾ ਵੀ ਸੋਚ ਕੇ ਆ, ਤੁਸੀਂ ਪਹਿਰਾਵਾ ਵੀ ਸੋਚ ਕੇ ਪਾਉਣਾ, ਤਾਂ ਤੁਹਾਨੂੰ ਸੁਸਾਇਟੀ ਬਹੁਤ ਛੇਤੀ ਆਪਣੇ ਨਾਲੋਂ ਅਲੱਗ ਕਰ ਦਿੰਦੀ ਆ। ਉਹ ਤੁਹਾਨੂੰ ਕਹਿਣ ਲੱਗ ਜੂਗੀ ਕਿ ਇੰਨੀ ਸਿਆਣਪ ਲੈ ਕੇ ਨਾ ਕਮਰੇ 'ਚ ਨਾ ਆਇਆ ਕਰ, ਇੰਨੀ ਸਿਆਣਪ ਲੈ ਕੇ ਘਰੇ ਨਾ ਆਇਆ ਕਰ। ਕਿਉਂਕਿ ਘਰ ਦੇ ਨੋਰਮਲ ਇਨਸਾਨ ਨੇ, ਤੁਹਾਡੇ ਜਿੰਨੇ ਸਿਆਣੇ ਲੋਕ ਨਹੀਂ ਤੁਹਾਡੇ ਨਾਲ ਰਹਿ ਰਹੇ। ਹਰ ਵਕਤ ਤੁਸੀਂ ਸਿਆਣਿਆਂ ਦੀ ਭੀੜ 'ਚ ਨਹੀਂ ਰਹਿ ਸਕਦੇ, ਕਿਉਂਕਿ ਜਿੱਥੇ ਤੁਹਾਨੂੰ ਮੁਸਕਰਾਉਣਾ ਵੀ ਆਪਾਂ ਕਹੀਏ ਨਾ ਸੋਚ ਕੇ ਪੈਂਦਾ, ਮੇਰੀਆਂ ਤਾਂ ਨਾੜਾਂ ਦੁਖਣ ਲੱਗ ਜਾਂਦੀਆਂ। ਮੈਂ ਤੁਹਾਨੂੰ ਕਹਿੰਦੀ ਨਾ ਵੀ ਜਦੋਂ ਐਂ ਕਰਕੇ ਬੈਠਣਾ ਪੈਂਦਾ, ਮੈਨੂੰ ਬਹੁਤ ਅਜੀਬ ਲੱਗਦੀਆਂ ਉਹ ਚੀਜ਼ਾਂ ਨਾ।
ਬੰਦੇ ਨੂੰ ਸਿਰਫ ਇੰਨਾ ਪਤਾ ਹੋਣਾ ਚਾਹੀਦਾ ਕਿ ਕਿਹੜੇ ਹਾਲਾਤ ਤੇ ਮੈਂ ਕਿਵੇਂ ਰਹਿਣਾ, ਪਰ ਇਹ ਨਾ ਸਿਖਾਓ ਕਿ ਤੂੰ ਹਰ ਵਕਤ ਹੀ ਐਵੇਂ ਰਹਿਣਾ ਨਾ। ਮੰਨ ਲਓ ਹੁਣ ਰੱਬ ਨਾ ਕਰੇ ਕੱਲ ਨੂੰ ਮੈਂ ਕੋਈ ਇਹੋ ਜਿਹੀ ਚੀਜ਼ ਲਿਖ ਦੇਵਾਂ ਕਿ ਜਿਹੜੀ ਉਸ ਵਕਤ ਮੈਨੂੰ ਲਿਖਣੀ ਜ਼ਰੂਰੀ ਲੱਗੇ, ਤੇ ਫਿਰ ਤੁਸੀਂ ਮੇਰੇ ਤੋਂ ਉਮੀਦ ਕਰੀ ਜਾਓ ਵੀ ਹੁਣ ਤੂੰ ਸਾਰੀ ਜ਼ਿੰਦਗੀ ਉਵੇਂ ਦੀ ਹੋ ਜਾ, ਤਾਂ ਮੈਂ ਉਹ ਚੀਜ਼ਾਂ ਲਿਖਣ ਤੋਂ ਡਰਨ ਲੱਗ ਜਾਊਂ ਹਨਾ। ਮੈਂ ਮੂੰਹ ਚੋਂ ਉਹ ਸ਼ਬਦ ਕੱਢਣ ਤੋਂ ਡਰਨ ਲੱਗ ਜਾਊਂ ਜਿਨ੍ਹਾਂ ਨੂੰ ਤੁਸੀਂ ਸਾਰੀ ਉਮਰ ਮੇਰੇ ਤੇ ਲਾਗੂ ਕਰਨ ਲੱਗ ਜਾਓਗੇ ਹਨਾ। ਤੇ ਮੈਨੂੰ ਲੱਗਦਾ ਮੈਨੂੰ ਐਵੇਂ ਦੇਖੋ ਵੀ ਹੋ ਸਕਦਾ ਮੈਂ ਕਈ ਵਾਰੀ ਹੁਣ ਇੱਥੇ ਮੈਂ ਇੰਨੀ ਸ਼ਾਂਤੀ ਨਾਲ ਬੈਠੇ ਹੋ ਸਕਦਾ ਮੈਂ ਰਸੋਈ 'ਚ ਰੋਟੀਆਂ ਪਕਾਉਂਦੀ ਵੀ ਨੱਚੀ ਜਾਂਦੀ ਹੋਵਾਂ ਨਾ, ਮੇਰਾ ਦਿਲ ਕਰਦਾ। ਮੈਂ ਤਾਂ ਤੁਹਾਨੂੰ ਹੋ ਸਕਦਾ ਮੈਂ ਸੜਕ ਤੇ ਕਿਸੇ ਨੂੰ ਲੜਦੀ ਹੋਵਾਂ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਕਿ ਮੈਨੂੰ ਸਤਿੰਦਰ ਸਰਤਾਜ ਬਹੁਤ ਪਸੰਦ ਨੇ, ਮੈਂ ਹਮੇਸ਼ਾ ਉਹਨਾਂ ਦੇ ਗਾਣੇ ਸੁਣਦੀ ਹਾਂ, ਪਰ ਕਈ ਵਾਰੀ ਮੈਂ ਇਹੋ ਜਿਹੇ ਸਿੰਗਰ ਦੇ ਵੀ ਗਾਣੇ ਸੁਣਦੀ ਹਾਂ ਜਿਹਨੂੰ ਕੋਈ ਵੀ ਪਸੰਦ ਨਹੀਂ ਕਰਦਾ ਹੈ ਨਾ। ਪਰ ਹੁਣ ਮੈਂ ਐ ਥੋੜ੍ਹੀ ਦੇਖੂੰਗੀ ਵੀ ਯਾਰ ਮੇਰੇ ਤੋਂ ਲੋਕਾਂ ਨੂੰ ਉਮੀਦ ਨਹੀਂ ਤਾਂ ਮੈਂ ਕਿਉਂ ਸੁਣਾ ਹੈ ਨਾ। ਅਤੇ ਇਸ ਲਈ ਮੌਜ ਤੁਹਾਡੇ ਮਨ ਦੀ ਹੋਣੀ ਚਾਹੀਦੀ ਆ। ਤੁਸੀਂ ਆਪਣੇ ਆਪ ਨੂੰ ਅੱਗੇ ਵਧਾਓ ਚੰਗੇ ਵਿਚਾਰਾਂ 'ਚ, ਚੰਗੇ ਕਿਰਦਾਰ 'ਚ, ਪਰ ਇਹ ਨਾ ਹੋਵੇ ਵੀ ਤੁਹਾਡੇ ਅੰਦਰੋਂ ਝੱਲਪਣਾ ਖਤਮ ਹੋ ਜਾਵੇ ਨਾ। ਕਹਿੰਦੇ ਨੇ ਕਿ ਝੱਲਿਆਂ ਤੇ ਵੱਲਿਆਂ ਦੀ ਰੱਬ ਬਹੁਤ ਸੁਣਦਾ ਹੈ ਨਾ। ਅਤੇ ਜੇ ਇਹ ਸ਼ਬਦ ਵੀ ਕਹੇ ਗਏ ਨੇ ਤਾਂ ਮੈਨੂੰ ਲੱਗਦਾ ਸੱਚੀ ਬੰਦੇ ਅੰਦਰ ਥੋੜ੍ਹਾ ਜਿਹਾ ਝੱਲਪਣਾ ਹੋਣਾ ਚਾਹੀਦਾ। ਭੈਣੇ ਕੁਛ ਕਰਨ ਦੀ ਗੱਲ ਤਾਂ ਬਹੁਤ ਦੂਰ ਆ। ਕਈ ਵਾਰ ਜਦੋਂ ਆਪਾਂ ਨੋਰਮਲੀ ਬੈਠ ਕੇ ਗੱਲ ਵੀ ਕਰਦੇ ਨਾ, ਤੁਹਾਨੂੰ ਪਤਾ ਕਈ ਵਾਰੀ ਬੰਦੇ ਦੇ ਉੱਠਣ ਤੋਂ ਬਾਅਦ ਆਪਸ 'ਚ ਇਹ ਗੱਲ ਕਰਦੇ ਨੇ ਪਿੱਛੇ ਬੈਠੇ ਲੋਕ ਵੀ ਇਹਦੇ ਤੋਂ ਆਹ ਉਮੀਦ ਨਹੀਂ ਸੀ। ਹਾਂ ਉਦੋਂ ਤਾਂ ਬੜਾ ਸਿਆਣਾ ਬਣਦਾ। ਹਾਂ ਵੀ ਅੱਛਾ ਵੀ ਪਤਾ ਨਹੀਂ ਹੁਣ ਮੈਨੂੰ ਇੱਥੇ ਕਹਿਣਾ ਨਹੀਂ ਚਾਹੀਦਾ ਪਰ ਚਲੋ ਛੱਡੋ। ਜਿਵੇਂ ਹੁਣ ਰੀਸੈਂਟ ਆਪਣੇ ਡਾਕਟਰ ਅਮਰਵੀਰ ਉਹਨਾਂ ਦੀ ਇੰਟਰਵਿਊ ਸੀਗੀ ਤਾਂ ਉਹਨਾਂ ਨੂੰ ਮੈਂ ਪੁੱਛਦੀ ਸੀ, ਮੈਂ ਕਿਹਾ ਐਨਗਜ਼ਾਇਟੀ ਡਿਪਰੈਸ਼ਨ, ਉਹ ਕਹਿੰਦੇ ਅਸਲ ਦੇ ਵਿੱਚ ਨਾ ਆਪਾਂ ਆਪਦੇ ਆਪ ਨੂੰ ਜਿੰਨਾ ਟਾਈਮ ਲੋਕਾਂ ਤੋਂ ਅੱਡ ਸਮਝਣਾ ਬੰਦ ਨਹੀਂ ਕਰਦੇ ਹੈਗੇ ਉਨਾ ਟਾਈਮ ਤੁਹਾਡੇ 'ਚੋਂ ਇਹ ਚੀਜ਼ਾਂ ਜਾਣੀਆਂ ਹੀ ਨਹੀਂ ਹੈਗੀਆਂ। ਹੁਣ ਜਿਵੇਂ ਕਲਾਕਾਰ ਵੀ ਨੇ ਜਾਂ ਜਿਵੇਂ ਕਿੰਨੇ ਬਾਲੀਵੁੱਡ ਦੇ ਇੱਦਾਂ ਦੇ ਕੇਸਿਸ ਨੇ ਵੀ ਜਿੱਥੇ ਸੁਸਾਈਡ ਕੀਤਾ ਜਾਂ ਉਹ ਡਿਪਰੈਸ਼ਨ 'ਚ ਆ ਕੇ ਖ਼ਤਮ ਹੋ ਗਏ ਨੇ ਹੈ ਨਾ। ਉਹ ਇਸੇ ਕਰਕੇ ਸੀਗਾ ਕਿਉਂਕਿ ਲੋਕਾਂ ਦੇ ਪ੍ਰੈਸ਼ਰ 'ਚ ਆ ਕੇ ਜਾਂ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦੇ ਉਹਨਾਂ ਨੇ ਆਪਦੇ ਆਪ ਨੂੰ ਲੋਕਾਂ ਦੇ ਨਾਲੋਂ ਅੱਡ ਸਮਝਣਾ ਸ਼ੁਰੂ ਕਰ ਲਿਆ ਹੈ ਨਾ। ਜਾਂ ਕਈ ਵਾਰੀ ਸਾਡੀਆਂ ਹੀ ਮਤਲਬ ਸਾਡੇ ਜਿਹੜੇ ਰਿਸਪੌਂਸ ਹੁੰਦੇ ਨੇ, ਸਾਡਾ ਫੀਡਬੈਕ ਆ, ਜਿਵੇਂ ਹੁਣ ਆਪਾਂ ਕਹਿੰਦੇ ਵੀ ਮੇਰੀਆਂ ਉਮੀਦਾਂ ਤੁਹਾਡੇ ਤੋਂ ਹੈ ਨਾ, ਮੈਂ ਤੁਹਾਨੂੰ ਰੱਖਾਂਗੀ ਰੁਪਿੰਦਰ ਭੈਣ ਦਾ ਲਾਈਫ 'ਚ ਜੋ ਵੀ ਕਹਿਣਗੇ ਜੋ ਵੀ ਕਰਨਗੇ ਉਹ ਸਹੀ ਹੋਈ ਹੋਊਗਾ। ਇਹ ਜ਼ਿੰਦਗੀ 'ਚ ਕਦੇ ਕੋਈ ਗਲਤ ਡਿਸੀਜਨ ਨਹੀਂ ਲੈ ਸਕਦੀ, ਇਹ ਜ਼ਿੰਦਗੀ 'ਚ ਕਦੇ ਕੋਈ ਇੱਦਾਂ ਦਾ ਕੰਮ ਨਹੀਂ ਕਰ ਸਕਦੀ ਜਿਹਦੇ ਨਾਲ ਕਿਸੇ ਨੂੰ ਮਤਲਬ ਨੀਵੀਂ ਪਾਉਣੀ ਪਵੇ ਹੈ ਨਾ, ਜਾਂ ABCD ਕੁਛ ਵੀ ਹੈ ਨਾ। ਤਾਂ ਉਹ ਤੁਹਾਨੂੰ ਆਪਦੇ ਆਪ 'ਚ ਅਲੱਗ ਕਰ ਦੂਗੀ ਚੀਜ਼ ਹੈ ਨਾ। ਤੁਸੀਂ ਆਪਣੇ ਆਪ ਨੂੰ ਅਲੱਗ ਸਮਝਣ ਲੱਗ ਜਾਓਗੇ ਵੀ ਨਹੀਂ ਮੇਰੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਰਹੀ ਹੈਗੀ, ਜਾਂ ਮੇਰੇ ਤੋਂ ਇਹ ਉਮੀਦ ਕੀਤਾ ਜਾ ਰਿਹਾ ਵੀ ਮੈਂ ਇੱਕ ਸੈਲੀਬ੍ਰਿਟੀ ਹਾਂ ਜਾਂ ਮੈਂ ਇੱਕ ਫਲਾਣਾ ਬੰਦਾ ਫਲਾਣੇ ਪਰਿਵਾਰ ਦਾ ਬੰਦਾ ਤਾਂ ਮੈਂ ਫਲਾਣੇ ਦੇ ਨਾਲ ਬਹਿ ਨਹੀਂ ਸਕਦਾ, ਇੱਦਾਂ ਮੈਂ ਖੜ ਬਹਿ ਨਹੀਂ ਸਕਦਾ, ਜਾਂ ਮੈਂ ਕਿਤੇ ਇੱਦਾਂ ਜਾ ਨਹੀਂ ਸਕਦਾ, ਮੈਂ ਆਹ ਚੀਜ਼ਾਂ ਪਾ ਕੇ ਨਹੀਂ ਕਿਤੇ ਜਾ ਸਕਦਾ ਨਾ। ਅਕਸਰ ਆਪਾਂ ਵੀ ਕਹਿ ਦਿੰਦੇ ਯਾਰ ਉਹ ਬਹੁਤ ਵੱਡਾ ਬੰਦਾ ਸੀਗਾ ਪਰ ਤੁਹਾਨੂੰ ਪਤਾ ਉਹਨੇ ਕੀ ਪਾਇਆ ਹੋਇਆ ਸੀਗਾ, ਚੱਪਲਾਂ 'ਚ ਤੁਰਿਆ ਫਿਰਦਾ ਸੀਗਾ। ਬਿਲਕੁਲ ਆਪਾਂ ਉਹਨੂੰ ਫੋਰਸ ਕਰਦੇ ਹਾਂ ਵੀ ਤੂੰ ਸਾਡੇ ਨਾਲੋਂ ਅੱਡ ਦਿਸ। ਚੱਪਲਾਂ ਤਾਂ ਤੁਸੀਂ ਕਿਤੇ ਬਹੁਤ ਛੋਟੀ ਚੀਜ਼ ਕਹੀ ਆ। ਮੈਨੂੰ ਇੱਕ ਚੀਜ਼ ਤੇ ਬਹੁਤ ਹੈਰਾਨੀ ਹੁੰਦੀ ਆ ਨਾ, ਮੈਨੂੰ ਉਹ ਚੀਜ਼ ਹੁੰਦੀ ਆ ਹਮੇਸ਼ਾ ਸਿਆਸਤ ਮੈਨੂੰ ਇਸ ਗੱਲੋਂ ਬਹੁਤ ਹੈਰਾਨ ਕਰਦੀ ਆ ਨਾ। ਜਿਵੇਂ ਹੁਣ ਮਤਲਬ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਬਹੁਤ ਪੜ੍ਹੀਆਂ ਲਿਖੀਆਂ ਕੁੜੀਆਂ ਜਦੋਂ ਸਿਆਸਤ 'ਚ ਆਉਂਦੀਆਂ ਨੇ ਹੈ ਨਾ, ਮਤਲਬ ਨੋਰਮਲੀ ਆਪਾਂ ਪੜ੍ਹੀਆਂ ਲਿਖੀਆਂ ਕੁੜੀਆਂ ਤੋਂ ਇੱਕ ਡਰੈਸਅਪ ਕੀ ਉਮੀਦ ਕਰਦੇ ਹੁੰਦੇ ਹਾਂ ਵੀ ਉਹਨਾਂ ਨੇ ਸੋਹਣਾ ਪਾਇਆ ਹੋਊ, ਉਹ ਸੋਹਣੀਆਂ ਦਿਖਦੀਆਂ ਹੋਣਗੀਆਂ, ਉਹਨਾਂ ਨੇ ਲਾਈਟ ਜਾਂ ਮੇਕਅਪ ਵੀ ਕੀਤਾ ਹੋਊ ਹੈ ਨਾ। ਪਰ ਜਦੋਂ ਸਿਆਸਤ 'ਚ ਜਾਂਦੀਆਂ ਨੇ ਤਾਂ ਉਸੇ ਵਕਤ ਤਬਦੀਲ ਹੋ ਜਾਂਦੀਆਂ ਨੇ ਹੈ ਨਾ। ਸੱਚੀ ਗੱਲ ਹੈ ਬਿਲਕੁਲ। ਹੁਣ ਤੁਸੀਂ ਉਹਦੇ 'ਚ ਆਪਾਂ 2-3 ਲੋਕਾਂ ਦਾ ਮਤਲਬ ਆਪਾਂ ਨਾਂ ਵੀ ਲੈ ਸਕਦੇ ਹਾਂ। ਤੁਸੀਂ ਦੇਖੋ ਸਮ੍ਰਿਤੀ ਇਰਾਨੀ ਉਹ ਇੱਕ ਮਾਡਲ ਸੀਗੇ ਹੈ ਨਾ, ਜਦੋਂ ਸਿਆਸਤ 'ਚ ਆਏ ਉਹ ਕਿਵੇਂ ਦੇ ਲੱਗਣ ਲੱਗ ਗਏ ਹੈ ਨਾ। ਅਤੇ ਜਦੋਂ ਕੋਈ ਸਿਆਸਤਦਾਨ ਮਾਡਰਨ ਡਰੈਸਅਪ ਪਾਉਂਦਾ ਅਸੀਂ ਕਹਿੰਦੇ ਯਾਰ ਆਹ ਦੇਖ ਕਿਵੇਂ ਹੈ ਨਾ ਵੀ ਇਹ ਸਾਡੇ ਪੋਲੀਟੀਸ਼ੀਅਨ ਲੱਗਦੇ, ਇਹ ਸਾਡੇ ਪੋਲੀਟੀਸ਼ੀਅਨ ਨੇ। ਜੇ ਉਹ ਫਿਲਮ ਦੇਖਣ ਜਾਂਦੇ ਨੇ ਹੈ ਨਾ ਤਾਂ ਆਪਾਂ ਕਹਿੰਦੇ ਯਾਰ ਲੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਕਿਉਂ ਬਈ ਇੱਕ ਨੋਰਮਲ ਇਨਸਾਨ ਨੇ ਜਿਹਦੀਆਂ ਬਹੁਤ ਸਾਰੀਆਂ ਇੱਛਾਵਾਂ ਅਤੇ ਚੋਇਸਿਸ ਹੋ ਸਕਦੀਆਂ ਨੇ ਨਾ। ਹੁਣ ਜੇ ਮੈਂ ਕੱਲ੍ਹ ਨੂੰ ਕਿਸੇ ਇਲੈਕਸ਼ਨ 'ਚ ਖੜ੍ਹ ਜਾ ਤਾਂ ਮੈਂ ਕੀ ਫਿਲਮ ਦੇਖਣੀ ਬੰਦ ਕਰ ਦੂੰਗੀ, ਜਾਂ ਮੈਂ ਮਤਲਬ ਇਹ ਸੋਚ ਕੇ ਬਾਹਰ ਨਿਕਲੂ ਬੰਦ ਕਰ ਦੂੰ, ਜਾਂ ਮੈਂ ਆਪਣੀ ਮਨਪਸੰਦ ਦੇ ਕੱਪੜੇ ਪਾਉਣੇ ਬੰਦ ਕਰ ਦੂੰ। ਵੀ ਹੁਣ ਮੇਰੇ ਸਾੜੀ ਪਾਈ ਹੋਊਗੀ ਜਾਂ ਫਿਰ ਮੇਰੇ ਸਿਰ 'ਤੇ ਦੁਪੱਟਾ ਲੈ ਕੇ ਹੀ ਮੈਂ ਬਾਹਰ ਨਿਕਲ ਸਕਦੀ ਹਾਂ ਹੈ ਨਾ। ਮਤਲਬ ਇੰਨਾ ਬੋਝ ਤੁਸੀਂ ਇੱਕ ਬੰਦੇ 'ਤੇ ਕਿਉਂ ਲੱਦ ਰਹੇ ਹੋ ਨਾ। ਜਿਵੇਂ ਇੱਕ ਪੋਲੀਟੀਸ਼ੀਅਨ ਬਹੁਤ 3-4 ਸਾਲ ਪਹਿਲਾਂ ਦੀ ਗੱਲ ਹੈ ਕਿ ਉਹਨਾਂ ਨੇ ਮਤਲਬ ਟਰਾਊਜ਼ਰ ਟੀ-ਸ਼ਰਟ ਪਾਈ ਹੋਈ ਸੀ ਅਤੇ ਉਹ USA ਫਿਲਮ ਦੇਖ ਰਹੇ ਸੀ, ਤਾਂ ਉਸ ਚੀਜ਼ 'ਤੇ ਲੋਕਾਂ ਨੇ ਕੀ ਬਵਾਲ ਮਚਾਇਆ ਹੈ ਨਾ ਕਿ ਤੁਸੀਂ ਦੇਖੋ ਇਹਨਾਂ ਦਾ ਡਰੈਸਅਪ। ਤਾਂ ਮਤਲਬ ਕੀ ਤੁਸੀਂ ਇੱਕ ਸੈਕਟਰ ਕਿਉਂ ਤੈਅ ਕਰਦੇ ਹੋ ਵੀ ਉੱਥੇ ਜਾ ਕੇ ਤੇਰਾ ਪਹਿਰਾਵਾ ਵੀ ਇੱਦਾਂ ਦਾ ਹੀ ਹੋਣਾ ਚਾਹੀਦਾ ਹੈ ਨਾ। ਅਤੇ ਜੇ ਉਹੀ ਚੀਜ਼ ਜਿਵੇਂ ਕਈ ਫਿਲਮ ਇੰਡਸਟਰੀ 'ਚ ਕਈ ਇਹੋ ਜਿਹੀਆਂ ਹੀਰੋਇਨਸ ਹੈਗੀਆਂ ਨੇ ਜਿਹੜੀਆਂ ਨੋਰਮਲੀ ਹਰ ਮਤਲਬ
ਇਵੈਂਟ ਤੇ ਵਧੀਆ ਡਰੈਸਅਪ ਕਰਦੀਆਂ ਨੇ, ਪਰ ਆਮ ਉਹਨਾਂ ਨੂੰ ਤੁਸੀਂ ਸੂਟਾਂ 'ਚ ਦੇਖੋਗੇ ਤਾਂ ਉਹ ਲੋਕ ਫਿਰ ਉੱਥੇ ਸ਼ੇਅਰ ਕਰਨਗੇ, ਲੈ ਹੁਣ ਇਹ ਆਂਟੀ ਲੱਗ ਰਹੀ ਹੈ ਵੀ ਕਿਉਂ ਹੀਰੋਇਨ ਮਤਲਬ 24 ਘੰਟੇ ਮੇਕਅਪ ਕਰਕੇ ਰਹੂਗੀ ਵੀ ਉਹ ਸੁੱਤੀ ਵੀ ਉੱਠੂਗੀ ਤੁਹਾਨੂੰ ਮੇਕਅਪ 'ਚ ਹੀ ਦਿਸਣੀ ਵੀ ਚਾਹੀਦੀ ਉਹਦਾ ਮੂੰਹ ਹਮੇਸ਼ਾ ਫੋਟੋਜੈਨਿਕ ਹੀ ਲੱਗਣਾ ਚਾਹੀਦਾ ਵੀ ਕਦੋਂ ਵੀ ਕੋਈ ਵੀ ਕਲਿੱਕ ਕਰ ਸਕਦਾ ਨਾ। ਬਿਲਕੁਲ। ਤੇ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਕੰਮ ਦੇ ਹਿਸਾਬ ਨਾਲ ਜਾਂ ਪਰਿਵਾਰਾਂ ਦੇ ਹਿਸਾਬ ਨਾਲ ਜਾਂ ਫਿਰ ਬੰਦੇ ਦੀਆਂ ਕਈਆਂ ਗੱਲਾਂ ਦੇ ਹਿਸਾਬ ਨਾਲ ਉਹਨੂੰ ਇੱਕ ਚੀਜ਼ 'ਚ ਬੰਨ੍ਹਦੇ ਹੋ ਨਾ, ਤਾਂ ਤੁਸੀਂ ਮੈਨੂੰ ਲੱਗਦਾ ਉਹਦਾ ਮੈਂਟਲੀ ਬਹੁਤ ਵੱਡਾ ਨੁਕਸਾਨ ਕਰਦੇ ਹੋ ਨਾ। ਫਿਰ ਉਹ ਜ਼ਿੰਦਗੀ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਕਰਦਾ ਹੀ ਨਹੀਂ ਜਿਹਦੀ ਉਹਦੀ ਇੱਛਾ ਹੁੰਦੀ ਆ ਨਾ। ਹੁਣ ਮੈਂ ਜਿੱਥੇ ਮਰਜ਼ੀ ਪਹੁੰਚ ਜਾ, ਤੁਸੀਂ ਜਿੱਥੇ ਮਰਜ਼ੀ ਪਹੁੰਚ ਜਾਓ, ਕਿ ਤੁਹਾਡਾ ਕਦੇ ਜ਼ਿੰਦਗੀ 'ਚ ਜੀਅ ਨਹੀਂ ਕਰੂਗਾ ਕਿ ਮੈਂ ਰੇਹੜੀ ਤੋਂ ਲੈ ਕੇ ਕੁਛ ਖਾਵਾਂ, ਕਿ ਤੁਹਾਡਾ ਕਦੇ ਜੀਅ ਨਹੀਂ ਕਰੂ ਮੈਂ ਉਵੇਂ ਹੀ ਬਾਜ਼ਾਰ ਜਾਵਾਂ ਜਿਵੇਂ ਮੈਂ ਪਹਿਲਾਂ ਜਾਂਦੀ ਸੀ, ਹੈ ਨਾ, ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ। ਕਿ ਤੁਹਾਡਾ ਕਦੇ ਦਿਲ ਨਹੀਂ ਕਰੂਗਾ ਵੀ ਮੈਂ ਆਪਣੀ ਚੋਇਸ ਨਾਲ ਆਪਣੀ ਫੈਮਿਲੀ ਨਾਲ ਥੀਏਟਰ ਜਾਵਾਂ, ਰੈਸਟੋਰੈਂਟ ਜਾਵਾਂ। ਹਰ ਚੀਜ਼ ਦਾ ਬੰਦੇ ਦਾ ਦਿਲ ਕਰਦਾ ਨਾ, ਉਹਨੂੰ ਸੱਚੀ ਉਵੇਂ ਹੀ ਰਹਿਣ ਦਿਓ। ਨਾ ਉਮੀਦ ਕਰੋ, ਨਾ ਮੈਨੂੰ ਲੱਗਦਾ ਇੰਨੀ ਕੋਸ਼ਿਸ਼ ਕਰੋ ਕਿ ਮੈਂ ਹਰ ਇੱਕ ਦੀ ਉਮੀਦ ਤੇ 100%। ਬਿਲਕੁਲ। ਨਾਲੇ ਸਾਹਮਣੇ ਵਾਲੇ ਬੰਦੇ ਦਾ ਕੋਈ ਕਸੂਰ ਨਹੀਂ ਹੁੰਦਾ, ਉਹਦੀ ਕੋਈ ਗਲਤੀ ਨਹੀਂ ਹੁੰਦੀ ਹੈਗੀ। ਜਿਵੇਂ ਹੁਣ ਤੁਸੀਂ ਪੋਲੀਟੀਸ਼ੀਅਨਸ ਦੀ ਗੱਲ ਕਰਦੇ ਹੋ, ਚਲੋ ਹਰ ਇੱਕ ਪ੍ਰੋਫੈਸ਼ਨ ਦਾ ਇੱਕ ਡਰੈਸ ਕੋਡ ਹੁੰਦਾ। ਮੰਨ ਲਓ ਜਦੋਂ ਪਾਰਲੀਮੈਂਟ 'ਚ ਨੇ ਜਾਂ ਜਦੋਂ ਉਹ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਆਪ ਨੂੰ ਜਾਂ ਆਪਣੀ ਕਮਿਊਨਿਟੀ ਨੂੰ ਜਾਂ ਆਪਣੀ ਸਟੇਟ ਨੂੰ ਜਾਂ ਆਪਣੀ ਕੰਟਰੀ ਨੂੰ ਕਿਤੇ ਉਹ ਰਿਪਰੈਜ਼ੈਂਟ ਕਰ ਰਹੇ ਨੇਗੇ, ਤਾਂ ਉੱਥੇ ਉਹਨਾਂ ਦੀ ਪ੍ਰੈਜੈਂਟੇਸ਼ਨ ਹੋਣੀ ਚਾਹੀਦੀ ਆ, ਹੈ ਨਾ। ਪਰ ਜੇ ਹੁਣ ਮੈਂ ਕਹਾਂ ਵੀ ਉਹ ਫਿਲਮ, ਜਿਵੇਂ ਤੁਸੀਂ ਕਿਹਾ ਵੀ ਫਿਲਮ ਦੇਖਣ ਜਾਣ ਲੱਗਿਆ ਵੀ ਉਹ ਇੱਕ ਪੋਲੀਟੀਸ਼ੀਅਨ ਬਣ ਕੇ ਜਾਣ, ਨਹੀਂ, ਉਹ ਉਦੋਂ ਆਪਣੀ ਨਿੱਜੀ ਜ਼ਿੰਦਗੀ ਦੇ ਪਲਾਂ 'ਚ ਹੁੰਦੇ ਨੇ ਨਾ। ਗਲਤੀ ਉਹਨਾਂ ਦੀ ਨਹੀਂ ਹੈਗੀ, ਉੱਥੇ ਗਲਤੀ ਸਾਡੀ ਆ, ਕਿਉਂਕਿ ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦਾਂ ਲਾ ਲੈਂਦੇ ਹਾਂ। ਅਸੀਂ ਉਹਨਾਂ ਨੂੰ ਇੱਕ ਢਾਂਚੇ 'ਚ ਫਿੱਟ ਕਰ ਲੈਂਦੇ ਹਾਂ ਵੀ ਇਹ ਹੁਣ ਇੱਦਾਂ ਹੀ ਦਿਸਣਾ ਚਾਹੀਦਾ ਆ 24 ਘੰਟੇ, ਹੈ ਨਾ। ਇਹ ਤਾਂ ਇਹ ਆ ਵੀ ਸਾਨੂੰ ਕਈ ਵਾਰੀ ਟਾਈਮ ਨਹੀਂ ਲੱਗਦਾ ਹੈਗਾ ਜਾਂ ਸਾਡੇ ਕੋਲ ਇੰਨੀ ਸਹੂਲਤ ਨਹੀਂ ਤਾਂ ਆਪਾਂ ਅਗਲੇ ਨੂੰ ਉਹਦੇ ਘਰੇ ਵੀ ਜਾ ਕੇ ਦੇਖਣਾ ਚਾਹੀਏ ਵੀ ਘਰੇ ਵੀ ਇੱਦਾਂ ਹੀ ਰਹਿੰਦਾ ਹੈ, ਵੀ ਇਹ ਕਿਵੇਂ ਰਹਿੰਦਾ ਆ, ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਤੋਂ ਬਹੁਤੀਆਂ ਜ਼ਿਆਦਾ ਉਮੀਦਾਂ ਲਾਉਣ ਨਾਲੋਂ ਜਾਂ ਹਰ ਇੱਕ ਬੰਦੇ ਨੂੰ ਹਰ ਇੱਕ ਰੂਪ 'ਚ ਸਾਨੂੰ ਦੇਖਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਹਰ ਇੱਕ ਬੰਦੇ ਨੂੰ ਹਰ ਮੂਡ 'ਚ ਵੀ ਦੇਖਣ ਦੀ ਸਾਨੂੰ ਆਦਤ ਪਾ ਲੈਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਵੀ ਇਹ ਬੰਦਾ ਜੇ ਸਿਆਣੀਆਂ ਗੱਲਾਂ ਕਰਦਾ ਵਾ ਤਾਂ ਇਹ ਸ਼ਰਾਰਤ ਨਹੀਂ ਕਰ ਸਕਦਾ, ਜੇ ਇਹ ਸ਼ਰਾਰਤੀ ਬੰਦਾ ਵਾ, ਥੋੜ੍ਹੇ ਚੰਚਲ ਸੁਭਾਅ ਦਾ ਬੰਦਾ ਵਾ, ਤਾਂ ਇਹ ਜ਼ਿੰਦਗੀ 'ਚ ਕੋਈ ਸਿਆਣਾ ਕੰਮ ਜਾਂ ਸਿਆਣੀ ਗੱਲ ਨਹੀਂ ਕਰ ਸਕਦਾ ਹੈਗਾ। ਹਰ ਇੱਕ ਚੀਜ਼ ਦੇ ਲਈ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਦਿਲ ਦਿਮਾਗ ਦੇ ਖਾਨੇ ਖੋਲ੍ਹ ਕੇ ਰੱਖਣੇ ਚਾਹੀਦੇ ਨੇ। ਹਰ ਇੱਕ ਚੀਜ਼ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ ਵੀ ਇੱਦਾਂ ਵੀ ਹੋ ਸਕਦਾ ਆ ਅਤੇ ਇੱਦਾਂ ਵੀ ਹੋ ਸਕਦਾ ਆ, ਹੈ ਨਾ। ਸੋ ਮੈਨੂੰ ਲੱਗਦਾ ਕਿ ਕਿਸੇ 'ਤੇ ਬਹੁਤੀਆਂ ਜ਼ਿਆਦਾ ਉਮੀਦਾਂ ਲਾਉਣ ਨਾਲ ਸਾਨੂੰ ਆਪਣੇ ਆਪ ਤੋਂ ਜ਼ਿਆਦਾ ਉਮੀਦ ਰੱਖਣੀ ਚਾਹੀਦੀ ਹੈ ਕਿ ਮੈਂ ਆਪਣੇ ਆਪ ਲਈ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰ ਰਿਹਾ ਹਾਂ। ਬਿਲਕੁਲ ਗੁਰਦੀਪ। ਸਰੀਰ ਨਾ ਕਿਸੇ ਦਾ ਸਿਆਣਾ ਹੋ ਰਿਹਾ, ਜਿਵੇਂ ਆਪਾਂ ਇਹ ਨਹੀਂ ਕਹਿੰਦੇ ਵੀ ਉਮਰ ਵੱਧ ਰਹੀ ਹੈ ਨਾ। ਆਪਣੇ ਮੰਮੀਆਂ ਪਿੰਡਾਂ 'ਚ ਆਪਣੇ ਮਤਲਬ ਜਿਹੜੇ ਬਜ਼ੁਰਗ ਨੇ ਉਹ ਇਹੀ ਕਹਿੰਦੇ ਹੁੰਦੇ ਨੇ ਵੀ ਮੈਂ ਹੁਣ ਸਿਆਣੇ ਸਰੀਰ ਦਾ ਹੋ ਗਿਆ, ਹੈ ਨਾ। ਮਤਲਬ ਉਹ ਆਪਣੀ ਉਮਰ ਨਹੀਂ ਕਹਿੰਦੇ ਹੁੰਦੇ। ਤੇ ਮੈਨੂੰ ਲੱਗਦਾ ਵੀ ਕਿਸੇ ਦਾ ਸਰੀਰ ਵੀ ਸਿਆਣਾ ਹੋ ਰਿਹਾ, ਉਮਰ ਵੀ ਵੱਧ ਰਹੀ ਹੈ, ਤਾਂ ਤੁਸੀਂ ਉਹਨੂੰ ਵੀ ਨਾ ਐਂ ਕਹੋ ਵੀ ਹੁਣ ਤੂੰ ਜਿਹੜਾ 20 ਸਾਲ ਪਹਿਲਾਂ ਸੋਚਦਾ ਸੀ ਉਹ ਸੋਚਣਾ ਤੇਰੇ ਲਈ ਜ਼ਹਿਰ ਹੀ ਆ, ਹੈ ਨਾ। ਜਿਵੇਂ ਮੈਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਜਾਣਦੀ ਹਾਂ ਕਿ ਜਿਹੜੇ 60-70 ਸਾਲ ਦੇ ਨੇ, ਪਰ ਤੁਹਾਨੂੰ ਉਹਨਾਂ ਕੋਲ ਬੈਠਣਾ ਇਸੇ ਲਈ ਚੰਗਾ ਲੱਗਦਾ ਕਿਉਂਕਿ ਉਹ ਜਮਾਂ ਹੀ ਨਹੀਂ ਸੋਚਦੇ ਬੋਲਣ ਲੱਗੇ, ਹੈ ਨਾ। ਉਹ ਇੰਨੀ ਖੁਸ਼ੀ ਨਾਲ ਉਹਨਾਂ ਨੇ ਆਪਣੇ ਆਪ ਨੂੰ ਕਿਸੇ ਇੱਕ ਪੈਕ 'ਚ ਨਹੀਂ ਰੱਖਿਆ ਹੋਇਆ ਵੀ ਮੈਂ ਆਹ ਗੱਲ ਨਹੀਂ ਫਲਾਣੇ ਅੱਗੇ ਉਹਨਾਂ ਨੇ ਬਹਿ ਕੇ ਤੁਹਾਨੂੰ ਇਹ ਲੱਗਦਾ ਹੀ ਨਹੀਂ ਵੀ ਇਹ ਮੇਰੇ ਤੋਂ 20 ਸਾਲ ਵੱਡੇ ਨੇਗੇ ਤਾਂ ਮੈਂ ਇਹਨਾਂ ਦੇ ਨਾਲ ਆਹ ਗੱਲ ਨਹੀਂ ਕਰਨੀ, ਜਾਂ ਉਹ ਇਹ ਨਹੀਂ ਸੋਚਦੇ ਵੀ ਇਹ ਮੇਰੇ ਤੋਂ 20 ਸਾਲ ਛੋਟੇ ਨੇ ਤਾਂ ਮੈਂ ਇਹਨਾਂ ਦੇ ਨਾਲ ਆਹ ਗੱਲ ਨਹੀਂ ਕਰਨੀ ਹੈਗੀ, ਹੈ ਨਾ। ਤੇ ਤੁਹਾਨੂੰ ਚੰਗਾ ਲੱਗਦਾ ਉਹਨਾਂ ਨੂੰ ਮਿਲ ਕੇ। ਚੰਗਾ ਕਿਉਂ ਲੱਗਦਾ? ਇਸੇ ਲਈ ਲੱਗਦਾ ਕਿਉਂਕਿ ਤੁਹਾਨੂੰ ਲੱਗਦਾ ਵੀ ਨਾ ਇਹ ਮੈਨੂੰ ਜੱਜ ਕਰ ਰਿਹਾ ਨਾ ਮੈਂ ਇਹਨੂੰ ਕਰ ਰਿਹਾ, ਹੈ ਨਾ। ਕਈ ਬੰਦੇ ਤੁਸੀਂ ਉਹਨਾਂ ਨੂੰ ਮਿਲਣਾ ਚਾਹੁੰਦੇ ਹੋ ਪਰ ਤੁਸੀਂ ਉਹਨਾਂ ਨੂੰ ਮਿਲਣ ਲਈ ਕਿਉਂ ਡਰਨ ਲੱਗ ਜਾਂਦੇ ਹੋ? ਕਿਉਂਕਿ ਤੁਹਾਨੂੰ ਲੱਗਦਾ ਵੀ ਯਾਰ ਜੇ ਮੈਂ ਅੱਧਾ ਘੰਟਾ ਬੈਠਾ ਤਾਂ ਮੈਨੂੰ ਬਿਲਕੁਲ ਉਹਦੇ ਤਰ੍ਹਾਂ ਹੀ ਐਕਟ ਕਰਨਾ ਪਊਗਾ, ਹੈ ਨਾ। ਜੇ ਉਹ ਹੱਦੋਂ ਵੱਧ ਸਿਆਣੀ ਗੱਲ ਕਰਦਾ ਤਾਂ ਮੈਨੂੰ ਵੀ ਉਹਦੇ ਬਰਾਬਰ ਬੈਠ ਕੇ ਉਨੀ ਸਿਆਣੀ ਹੀ ਕਰਨੀ ਪਊਗੀ। ਤੇ ਫਿਰ ਉੱਥੇ ਮਤਲਬ ਐ ਹੋ ਜਾਂਦਾ ਵੀ ਜਿਵੇਂ ਮੇਰੀ ਬੇਟੀ ਕਈ ਵਾਰ ਕਹਿੰਦੀ ਹੁੰਦੀ ਆ ਵੀ ਮੈਨੂੰ ਨਾ ਵੱਡੇ ਹੋਣਾ ਨਹੀਂ ਪਸੰਦ। ਵੱਡੇ ਹੋਣਾ ਕਿਉਂ ਨਹੀਂ ਪਸੰਦ? ਕਿਉਂਕਿ ਤੁਹਾਡੇ ਤੋਂ ਫਿਰ ਛੋਟੇ ਵਾਲੀ ਉਮੀਦ ਨਹੀਂ ਰੱਖੀ ਜਾਂਦੀ ਵੀ ਤੂੰ ਕੁਛ ਤੋੜ ਵੀ ਸਕਦੀ ਆ ਜਾਂ ਤੂੰ ਕੋਈ ਗਲਤੀ ਵੀ ਕਰ ਸਕਦੀ ਹੈ ਨਾ। ਤਾਂ ਮੈਨੂੰ ਲੱਗਦਾ ਇਹ ਚੀਜ਼ਾਂ ਨੂੰ ਕੱਢ ਦੇਣਾ ਚਾਹੀਦਾ। ਮੈਂ ਤਾਂ ਹਰ ਵਾਰ ਕਹਿੰਦੀ ਹਾਂ, ਜਿਵੇਂ ਆਪਾਂ ਕਹਿ ਦਿੰਦੇ ਹਾਂ ਪਰ ਅਪਲਾਈ ਆਪਾਂ ਆਪਣੇ ਤੇ ਵੀ ਨਹੀਂ ਕਰਦੇ, ਵੀ ਜ਼ਿੰਦਗੀ ਸੱਚੀ ਇੱਕ ਵਾਰ ਮਿਲੀ ਆ, ਹੈ ਨਾ। ਅੱਜ ਮੈਨੂੰ ਇਹ ਬੰਦਾ ਜੱਜ ਕਰ ਰਿਹਾ, ਮੈਂ ਉਹਦੇ ਮੁਤਾਬਕ ਚੱਲੀ ਜਾਵਾਂ। ਕੱਲ ਮੈਨੂੰ ਉਹ ਕਰ ਰਿਹਾ, ਫਿਰ ਪਿਛਲਾ ਮੈਨੂੰ ਯਾਦ ਵੀ ਨਹੀਂ, ਹੈ ਨਾ। ਤੇ ਜਿਵੇਂ ਮੈਂ ਇੱਕ ਦਿਨ ਤੁਹਾਨੂੰ ਦੱਸਿਆ ਸੀ ਕਿ ਕਿਸੇ ਨੇ ਮੈਨੂੰ ਲਿਖ ਕੇ ਭੇਜਿਆ ਕਿ ਅੱਜ ਉਹੀ ਕੱਲ ਆ ਜਿਹਦੀ ਤੈਨੂੰ ਕੱਲ ਚਿੰਤਾ ਸੀਗੀ, ਹੈ ਨਾ। ਤੇ ਮੈਨੂੰ ਲੱਗਦਾ ਕਿ ਜ਼ਿੰਦਗੀ ਸੱਚੀ ਇੱਕੋ ਵਾਰ ਮਿਲਦੀ ਆ, ਤੇ ਕੋਈ ਕੀ ਕਹਿ ਰਿਹਾ, ਕੋਈ ਕੀ ਦੱਸ ਰਿਹਾ, ਕੋਈ ਕੀ ਸੁਝਾਅ ਦੇ ਰਿਹਾ, ਉਨੇ ਕੁ ਸੁਣੋ ਜਿੰਨੀ ਤੁਹਾਨੂੰ ਜ਼ਰੂਰਤ ਆ, ਹੈ ਨਾ। ਨਾਲੇ ਕਹੋ ਵੀ ਉਹਨਾਂ ਕੁ ਜਿੰਨਾ ਕੁ ਤੁਹਾਡਾ ਬਣਦਾ, ਐਵੇਂ ਨਾ ਅਗਲੇ ਨੂੰ ਬਿਨਾਂ ਗੱਲੋਂ ਪ੍ਰੈਸ਼ਰ 'ਚ। ਮੈਨੂੰ ਸੱਚੀ ਬਹੁਤ ਪ੍ਰੈਸ਼ਰ ਮੈਨੇ ਫੀਲ ਹੁੰਦਾ ਇਸ ਚੀਜ਼ ਦਾ ਵੀ ਜਦੋਂ ਮੈਨੂੰ ਕਹਿੰਦਾ ਵੀ ਕਮਾਨ ਤੁਹਾਡੇ ਤੋਂ ਇਹ ਉਮੀਦ ਨਹੀਂ ਸੀਗੀ, ਤੁਸੀਂ ਨਹੀਂ ਆਹ ਕਹਿ ਸਕਦੇ ਹੈਗੇ, ਹੈ ਨਾ। ਵੀ
ਮੈਨੂੰ ਐਂ ਤਾਂ ਵੀ ਕਿਉਂ ਨਹੀਂ ਕਹਿ ਸਕਦੇ, ਹਰ ਵਕਤ ਮੇਰੀ ਬੁੱਧੀ ਹੈ ਜਿਹੜੀ ਉਹ ਮਤਲਬ ਉਨੀ ਬੈਲੈਂਸ 'ਚ ਨਹੀਂ ਹੁੰਦੀ ਵੀ ਜਿੱਥੇ ਮੈਂ ਨਾਪ ਤੋਲ ਕੇ ਸਾਰੀ ਗੱਲ ਕਰਾਂ। ਕਈ ਵਾਰੀ ਕੋਈ ਗੱਲ ਕਹੀ ਵੀ ਜਾਂਦੀ ਹੈ, ਕੁਛ ਕਰ ਵੀ ਇਹੋ ਜਿਹਾ ਹੋ ਜਾਂਦਾ ਵਾ ਵੀ ਜਿੱਥੋਂ ਸਾਹਮਣੇ ਵਾਲੇ ਬੰਦੇ ਨੂੰ ਲੱਗੇ ਵੀ ਤੇਤੋਂ ਆਹ ਉਮੀਦ ਨਹੀਂ ਸੀਗੀ ਨਾ। ਮੈਨੂੰ ਲੱਗਦਾ ਤੁਹਾਡੇ ਤੋਂ ਛੱਡੋ, ਮੈਂ ਜਿਸ ਹਿਸਾਬ ਨਾਲ ਆਪਾਂ ਲੋਕਾਂ ਦੇ ਨਿਆਣਿਆਂ ਬਾਰੇ ਗੱਲਾਂ ਕਰਦੇ ਹੁੰਦੇ ਹਾਂ ਵੀ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਮੋਰਲ ਵੈਲਿਊ ਸਿਖਾਓ, ਹੈ ਨਾ, ਇਸ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਓ ਜਾਂ ਆਹ ਪ੍ਰੈਸ਼ਰ ਉਹਨਾਂ 'ਤੇ ਨਾ ਕ੍ਰੀਏਟ ਕਰੋ, ਤਾਂ ਮੈਨੂੰ ਲੱਗਦਾ ਮੈਨੂੰ ਤਾਂ ਕਈ ਵਾਰੀ ਇਹ ਡਰ ਪੈ ਜਾਂਦਾ ਵੀ ਕੱਲ੍ਹ ਨੂੰ ਸਾਡੇ ਨਿਆਣਿਆਂ ਨੇ ਕੋਈ ਗਲਤੀ ਕਰਤੀ ਤਾਂ ਲੋਕ ਕਹਿਣਗੇ ਇਹ ਤਾਂ ਸਟੇਜਾਂ 'ਤੇ ਬਹਿ ਦੱਸਦੀ ਹੁੰਦੀਆਂ ਸੀ। ਹਾਂ ਨਹੀਂ, ਅਸਲ ਦੇ ਵਿੱਚ ਗੱਲ ਤਾਂ ਹੋਈ ਹੈ ਨਾ, ਇੱਕ ਐਪੀਸੋਡ ਦੇ ਵਿੱਚ ਮੈਂ ਇਹ ਵੀ ਕਿਹਾ ਸੀਗਾ ਵੀ ਆਪਾਂ ਵੀ ਸਿਰਫ ਗੱਲ ਹੀ ਕਰ ਰਹੇ ਹਾਂ। ਜਿਵੇਂ ਜਿਹੜਾ ਗੱਲ ਤੇ ਗੱਲ ਪ੍ਰੋਗਰਾਮ ਆ ਮੇਰੀ ਜ਼ਿੰਦਗੀ ਦਾ ਸਭ ਤੋਂ ਖਾਸ ਹਿੱਸਾ ਹੈ ਨਾ। ਮੈਨੂੰ ਲੱਗਦਾ ਕਿ ਇਸ ਪ੍ਰੋਗਰਾਮ ਨੇ ਜਿੰਨਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ ਜਾਂ ਜ਼ਿੰਦਗੀ 'ਚ ਕੁਛ ਚੀਜ਼ਾਂ ਠੀਕ ਕਰਨ ਲਈ ਮੋਟੀਵੇਟ ਕੀਤਾ ਹੈ, ਤਾਂ ਮੈਨੂੰ ਲੱਗਦਾ ਹੋਰ ਸ਼ਾਇਦ ਕੋਈ ਪ੍ਰੋਗਰਾਮ ਨਾ ਕਰੇ, ਹੈ ਨਾ। ਕੋਈ ਹੋਰ ਸਿੱਖੇ ਨਾ ਸਿੱਖੇ, ਆਪਣੇ ਪ੍ਰੋਗਰਾਮ ਤੋਂ ਮੈਨੂੰ ਲੱਗਦਾ ਆਪਾਂ ਹੀ ਬਹੁਤ ਬੜਾ ਕੁਝ ਸਿੱਖਿਆ ਵਾ, ਹੈ ਨਾ। ਮੈਨੂੰ ਲੱਗਦਾ ਹੁਣ ਆਪਾਂ ਸਿਆਣੀਆਂ ਗੱਲਾਂ ਕਰਨ ਲੱਗ ਗਏ। ਹਾਂ, ਸੋ ਅੱਜ ਦਾ ਪ੍ਰੋਗਰਾਮ ਇਹੀ ਸੀਗਾ ਕਿ ਕਿਸੇ ਨੂੰ ਇਹ ਕਹਿਣਾ ਬੰਦ ਕਰ ਦਿਓ ਕਿ ਤੇਰੇ ਤੋਂ ਆਹ ਉਮੀਦ ਨਹੀਂ ਸੀ। ਤੇ ਦੂਜੀ ਗੱਲ ਇਹ ਆ ਕਿ ਤੁਸੀਂ ਵੀ ਸੁਣਨਾ ਬੰਦ ਕਰ ਦਿਓ। ਜੇ ਤੁਹਾਨੂੰ ਕੋਈ ਕਹਿੰਦਾ ਵੀ ਆ ਤਾਂ ਤੁਸੀਂ ਇਹ ਸੋਚੋ ਵੀ ਇਹ ਮੇਰੇ ਜਿਸ ਗੱਲ ਲਈ ਮੈਨੂੰ ਇਹ ਸੁਣਨਾ ਪਿਆ ਕਿ ਕਿਸੇ ਦੇ ਨਾਲ ਕੋਈ ਕਿਸੇ ਦਾ ਜਾਨੀ ਮਾਲੀ ਜਾਂ ਕੁਛ ਵੀ ਕਿਸੇ ਦੀ ਇੱਜ਼ਤ ਆਬਰੂ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਇਆ। ਸੋ ਇਹ ਗੱਲਾਂ ਵਿਚਾਰਨ ਤੋਂ ਬਾਅਦ ਫਿਰ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ, ਉਵੇਂ ਸੋਚ ਸਕਦੇ ਹੋ। ਹਾਂ, ਪਰ ਇਹ ਹੈਗਾ ਵੀ ਕੋਈ ਕੰਮ ਤੁਸੀਂ ਜ਼ਿੰਦਗੀ 'ਚ ਇਹੋ ਜਿਹਾ ਨਾ ਕਰੋ, ਕਿਸੇ ਨੂੰ ਕੋਈ ਗੱਲ ਤੁਸੀਂ ਜ਼ਿੰਦਗੀ 'ਚ ਇਹੋ ਜਿਹੀ ਨਾ ਕਹੋ ਜਿਹੜੀ ਦੂਜੇ ਨੂੰ ਦੁੱਖ ਪਹੁੰਚਾਉਂਦੀ ਹੋਵੇ, ਕਿਸੇ ਦਾ ਜਾਨੀ ਤੌਰ 'ਤੇ, ਮਾਲੀ ਤੌਰ 'ਤੇ ਜਾਂ ਕਿਸੇ ਦੀ ਇੱਜ਼ਤ ਆਬਰੂ ਦੇ ਉੱਪਰ ਕੋਈ ਗੱਲ ਆਵੇ। ਕੋਈ ਇਹੋ ਜਿਹਾ ਕੰਮ ਨਾ ਕਰੋ, ਪਰ ਉੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਛੋਟੇ ਛੋਟੇ ਫੈਸਲੇ ਜੋ ਤੁਸੀਂ ਆਪਦੀ ਖੁਸ਼ੀ ਦੇ ਲਈ, ਆਪਦੀ ਮਰਜ਼ੀ ਦੇ ਲਈ ਕਰਨਾ ਚਾਹੁੰਦੇ ਹੋ, ਤੁਹਾਨੂੰ ਜ਼ਰੂਰ ਕਰਨੇ ਚਾਹੀਦੇ ਨੇ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਕੋਈ ਤੁਹਾਡੇ ਤੋਂ ਉਮੀਦਾਂ ਨਾ ਰੱਖੇ, ਤਾਂ ਤੁਹਾਨੂੰ ਵੀ ਇਹ ਪ੍ਰੈਕਟਿਸ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਦੂਜੇ ਬੰਦੇ ਤੋਂ ਉਮੀਦਾਂ ਲਾਉਣੀਆਂ ਬੰਦ ਕਰੋ। ਅਤੇ ਜੋ ਬੰਦਾ ਜਿਵੇਂ ਦਾ ਵੀ ਹੈਗਾ, ਜੇ ਉਹ ਇੱਕ ਟਾਈਮ ਗੁੱਸੇ 'ਚ ਆ, ਹਾਸੇ 'ਚ ਆ, ਮਜ਼ਾਕ 'ਚ ਆ ਜਾਂ ਇਸ ਟਾਈਮ ਉਹ ਸੀਰੀਅਸ ਆ, ਉਹਨੂੰ ਹਰ ਇੱਕ ਮੂਡ 'ਚ ਦੇਖਣ ਦੀ ਸਾਨੂੰ ਆਦਤ ਪਾਉਣੀ ਚਾਹੀਦੀ ਹੈ ਕਿ ਹਰ ਬੰਦਾ ਵਾ ਉਹਦੇ ਅੰਦਰ ਇੱਕੋ ਜਿਹੇ ਇਮੋਸ਼ਨਸ ਹੁੰਦੇ ਨੇ। ਕਿਸੇ ਟਾਈਮ ਉਹ ਬਹੁਤ ਸਿਆਣੀ ਵੀ ਗੱਲ ਕਰ ਸਕਦਾ, ਕਿਸੇ ਟਾਈਮ ਉਹ ਬਹੁਤ ਹਾਸੇ ਵਾਲੀ ਝੱਲੀ ਗੱਲ ਵੀ ਕਰ ਸਕਦਾ, ਕਿਸੇ ਟਾਈਮ ਉਹ ਕੋਈ ਕਮਲ ਵਾਲੀ ਗੱਲ ਵੀ ਕਰ ਸਕਦਾ, ਕਿਸੇ ਟਾਈਮ ਉਹਨੂੰ ਗੁੱਸਾ ਵੀ ਆ ਸਕਦਾ ਹੈ। ਸੋ ਸਾਨੂੰ ਹਮੇਸ਼ਾ ਐਕਸੈਪਟੇਬਲ ਹੋਣਾ ਚਾਹੀਦਾ ਸਾਰੀਆਂ ਗੱਲਾਂ ਦੇ ਲਈ। ਸੋ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਂ ਗੁਰਦੀਪ ਗਰੇਵਾਲ ਤੇ ਭੈਣ ਰੁਪਿੰਦਰ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਹਾਂ। ਹੁਣ ਇਹ ਨਾ ਕਿ ਵੀ ਤੁਹਾਡੇ ਤੋਂ ਉਮੀਦ ਨਹੀਂ ਸੀ ਵੀ ਤੁਸੀਂ ਇਹੋ ਜਿਹਾ ਪ੍ਰੋਗਰਾਮ ਕਰਕੇ ਚੱਲੀ ਹੋ, ਜਾਂ ਫਿਰ ਇਹ ਆ ਵੀ ਹੁਣ ਅਸੀਂ ਸਿਆਣੀ ਗੱਲ ਕੀਤੀ, ਤੁਸੀਂ ਲਿਆ ਕੇ ਸਾਡੇ ਤੇ ਗਲਤੀ ਵਾਲਾ ਧੌੜਾ ਮਾਰੀ ਜਾਓ ਨੇ ਕਿ ਤੁਸੀਂ ਇਹ ਗੱਲਾਂ ਕਿਉਂ ਕਰਦੇ ਹੋ। ਹਾਂ ਬਿਲਕੁਲ। ਸੋ ਅੱਜ ਦੇ ਐਪੀਸੋਡ 'ਚ ਅਸੀਂ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ। ਅਗਲੇ ਐਪੀਸੋਡ 'ਚ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।